ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਮ ਸਰ ਦੀਨ ਦਇਆਲ ਨ ਤੁਮ ਸਰ, अब पतियार क्या कीजै। बचनी तोर मोर मन मानै, जन को पूरन दीजै। हूँ बल बल जाओ रमैया कारने, कारण कवन अबोल। बहुत जन्म बिछड़े थे माधो, एव जन्म तुम्हारे लेखे। कह रविदास आस लग जीवो, चिर भयो दर्शन देखे। छाए जाती एकता अनेकता विलाए जाती, होवती कुचीलता कतेबन कुरान की। पाप ही परपक जाते धर्म तसक जाते, वर्ण गर्क जाते साहित्य विधान की। देवी देव देहरे संतोख सिंगा दूर होते, रीत मिट जाती कथा वेदन पुराण की। श्री गुरु गोविंद सिंह पावन परम सूर, मूर्त न होती जो पै करुणा निदान की। वाहिगुरु जी का खालसा, वाहिगुरु जी की फतेह। गुरु रूप गुरु प्यारी साध संगत जी, आप जी वडभागे हों जो बादशाह दरवेश बालिए दो जहान, अमृत के दाते शमशीरे बहादुर हकरा गजूर, बरदो आलम शाह। तन 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 साहिब श्री गुरु गोबिंद सिंह जी महाराज सच्चे पातशाह जी। दशमेश पिता जी का प्रकाश पुरब बड़ी श्रद्धा भावना दे नाल इस पावन पवित्र स्थान दे उत्ते मना रहे हैं। बड़े अदब दे नाल गुरु प्यारे ज्ञानी जी होनी आप जी नूं गुरु जी का इतिहास सुना रहे सन। महापुरुष सुनाया कर दे के ज्यों केले की पात मृद पात पात में पात, त्यों गुरु नानक की बात बात में बात। केले नूं पत्ते जे लाउण लग जाइए, एक पत्ता लाओ एक होर उतर आउंदा, एक होर लाओ लाई जाओ, पत्ते मुकदे नहीं केले दे। त्यों गुरु नानक दे घर दीयां गल्लां करी जाइए ते गुरु बाबे दे अंदर दीयां नित नवीआं वडियाईयां गल्लां ने कदे मुकदियां नहीं, रस बनदा है। साहिब कमाल श्री गुरु गोबिंद सिंह महाराज सच्चे पातशाह जी का प्रकाश पुरब है। उन्हां दी गल कुल दुनिया दे आलम विद्वान फाजल करदे है। बुल्ले शाह वर्गिया नूं आखिर कहना पै गया, ना कहूँ अब की ना कहूँ तब की, बात करूँ सब की। अगर ना होते गुरु गोबिंद सिंह तो सुन्नत होती सबकी। ये उन्हां दी जिंदगी का एक पक्ष है। इस जुमले दे विच या शेर विच गुरु गोबिंद सिंह महाराज की समुची शख्सियत नहीं होती। मैं पहले दिन भी गल की सी, शख्सियत शब्द छोटा है, पर साढ़े कोल मजबूरी है कि गुरु जी के
ਸਿਫਤ ਵੀ ਉਹਨਾਂ ਹੀ ਸ਼ਬਦਾਂ ਨਾਲ ਕਰਨੀ ਪੈਂਦੀ ਹੈ ਜੋ ਆਮ ਬੋਲਚਾਲ ਵਿੱਚ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਇਆ। ਉਹਨਾਂ ਦੇ ਆਪਣੇ ਬੋਲ ਹਨ, ਜਨਮ ਭੂਮ ਪਟਨਾ ਹੈ ਮੇਰੀ, ਮਹਿਮਾ ਮਹਾ ਵਿਲੋਕਨ ਕੇਰੀ। ਅਗਰ ਇਤਿਹਾਸਕ ਪੱਖ ਵੇਖੀਏ ਪਟਨਾ ਸਾਹਿਬ ਦਾ, ਇਹ ਬਹੁਤ ਪੁਰਾਣਾ ਨਗਰ ਹੈ, ਸ਼ਹਿਰ ਹੈ। ਇਹਦੇ 22-23 ਨਾਮ ਬਦਲ ਚੁੱਕੇ ਤੇ ਇਹਦਾ ਪਹਿਲਾ ਗੁਰੂ ਘਰ ਨਾਲ ਜਿਹੜਾ ਸੰਬੰਧ ਆ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਆਰੰਭ ਹੋਇਆ। ਇਤਿਹਾਸ ਕਹਿੰਦਾ ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਮਰਦਾਨੇ ਨੂੰ ਇੱਕ ਲਾਲ ਦੇ ਕੇ ਭੇਜਿਆ ਸੀ, ਭਾਈ ਮਰਦਾਨਾ ਜੀ ਜਿਸ ਵੇਲੇ ਲਾਲ ਲੈ ਕੇ ਦੁਕਾਨਾਂ ਤੇ ਗਏ, ਕਦੇ ਕਿਸੇ ਨੂੰ ਦਿਖਾਇਆ, ਕਦੇ ਕਿਸੇ ਨੂੰ ਦਿਖਾਇਆ, ਕਦੇ ਕਿਸੇ ਨੂੰ, ਕਿਸੇ ਨੇ ਉਹਦੀ ਕੀਮਤ ਥੋੜੀ ਜਿਹੀ ਦਿੱਤੀ, ਕਿਸੇ ਨੇ 2 ਕਿਲੋ ਸਬਜ਼ੀਆਂ ਦੀ ਦਿੱਤੀ, ਕਿਸੇ ਨੇ ਥੋੜੀ ਜਿਹੀ ਮਠਿਆਈ ਦੀ। ਇੱਕ ਜੌਹਰੀ ਮਿਲਿਆ ਸੀ, ਜੌਹਰੀ ਸੀ ਸਾਲਸਰਾਏ ਜੌਹਰੀ ਜਿੱਥੇ ਮਿਲਿਆ ਸੀ। ਉਹ ਕਿਹੜੀ ਧਰਤੀ ਹੈ? ਪਟਨਾ ਸਾਹਿਬ ਦੀ ਉਹ ਧਰਤੀ ਆ। ਉਦੋਂ ਨੂੰ ਯਾਨੀ ਵਿਸੰਬਰਪੁਰ ਕਿਹਾ ਜਾਂਦਾ ਸੀ, ਨਾਮ ਬਦਲ ਕੇ ਵਿਸੰਬਰਪੁਰ ਦੀ ਧਰਤੀ ਦੇ ਉੱਤੇ ਭਾਈ ਮਰਦਾਨਾ ਜੀ ਗਏ। ਜਿਹੜਾ ਲਾਲ ਖਰੀਦਣ ਵਾਲਾ ਮਿਲਿਆ, ਜੌਹਰੀ ਮਿਲਿਆ, ਉਹਦਾ ਨਾਮ ਸੀ ਸਾਲਸਰਾਏ ਜੌਹਰੀ। ਉਹਨੇ ਉਹ ਲਾਲ ਖਰੀਦਿਆ ਤੇ ਨਹੀਂ, ਦਰਸ਼ਨ ਕਰਕੇ ਉਹਦੀ ਯਾਨੀ ਕਿ 100 ਰੁਪਈਆ ਉਹਨਾਂ ਟਾਈਮਾਂ ਦੇ ਵਿੱਚ ਭੇਟਾ ਦਿੱਤੀ ਤੇ ਗੁਰੂ ਜੀ ਦਾ ਫਿਰ ਸ਼ਰਧਾਲੂ ਬਣਿਆ। ਉਹਦਾ ਇੱਕ ਨੌਕਰ ਸੀ ਸਾਲਸਰਾਏ ਦਾ, ਜਿਹਦਾ ਨਾਂ ਸੀ ਭਾਈ ਅਦਰਕਾ। ਭਾਈ ਅਦਰਕੇ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਮੰਜੀ ਤੇ ਬਿਠਾਇਆ। ਧਰਮਸ਼ਾਲਾ ਜੋ ਗੁਰੂ ਨਾਨਕ ਸਾਹਿਬ ਜੀ ਦਾ, ਜੋ ਭਾਈ ਗੁਰਦਾਸ ਜੀ ਕਹਿੰਦੇ ਨਾ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਗੁਰੂ ਨਾਨਕ ਦੇਵ ਸਾਹਿਬ ਨੇ ਪਹਿਲੇ ਜਿਹੜੇ ਉੱਥੇ ਦੇ ਮੁਖੀ ਆਗੂ ਸਿੱਖ ਥਾਪੇ ਤੇ ਭਾਈ ਅਦਰਕਾ ਜੀ ਪਟਨੇ ਦੀ ਧਰਤੀ ਦੇ ਉੱਤੇ, ਉਹੀ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਧਰਮਸ਼ਾਲਾ ਸੀ, ਵੱਡੀ ਹਵੇਲੀ ਸੀ, ਜਿੱਥੇ ਮਾਤਾ ਗੁਜਰੀ ਜੀ ਨੂੰ ਫਿਰ ਸਾਰੀ ਸੰਗਤ ਨੇ ਰਹਿਣ ਦੇ ਲਈ ਬੇਨਤੀ ਕੀਤੀ, ਜਿਹੜੀ ਪਟਨਾ ਸਾਹਿਬ ਦੀ ਪਾਵਨ ਧਰਤੀ ਹੈ। ਇਹਦਾ ਪਿਛਲਾ ਸੰਬੰਧ ਗੁਰੂ ਨਾਨਕ ਸਾਹਿਬ ਨਾਲ ਹੈ। ਗੁਰਸਿੱਖੀ ਦਾ ਕਹਿ ਲਓ ਕਿ ਇਹ ਗੜ੍ਹ ਹੈ ਬਹੁਤ ਵੱਡਾ। ਇੱਥੇ ਸਾਧ ਸੰਗਤ ਦਾ ਗੁਰੂ ਘਰ ਨਾਲ ਪਿਆਰ ਹੈ ਤੇ ਜਿਸ ਵੇਲੇ ਕਲਗੀਧਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਉੱਥੇ, ਜਾਂ ਮਹਾਰਾਜ ਜੀ ਉੱਥੇ ਖੇਡਾਂ ਖੇਡਦੇ ਹਨ, ਉਸ ਵੇਲੇ ਦਾ ਜਿਹੜਾ ਇਲਾਕੇ ਦਾ ਮੁਖੀ ਸਿੱਖ ਹੈ, ਆਗੂ ਹੈ, ਜਿਹਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਾਅਦ ਵਿੱਚ ਆਖਿਆ ਤੇਰੀ ਸਿੱਖੀ ਮਲੰਮੇ ਦੀ ਹੈ। ਕਿਉਂ? ਕਲਗੀਧਰ ਮਹਾਰਾਜ ਨੇ ਆਖਿਆ ਸੀ ਪੰਜਾਬ ਨੂੰ ਜਾਣ ਨਹੀਂ ਸੀ ਦਿੰਦੇ, ਤੇ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਨੇ ਫਿਰ ਥੋੜੀ ਜਿਹੀ ਆਖਿਆ ਸੀ ਕਿ ਪਾਲਕੀ ਬਣਾ ਕੇ ਲਿਆਓ ਸੋਨੇ ਦੀ। ਉਹਨੇ ਪਾਲਕੀ ਬਣਾਈ, ਪਾਲਕੀ ਦੇ ਵਿੱਚ ਥੋੜਾ ਜਿਹਾ ਸੋਨਾ ਤੇ ਬਹੁਤਾ ਹੋਰੇ ਸਮਾਨ ਲਾ ਦਿੱਤਾ ਸੀ ਤੇ ਮਹਾਰਾਜ ਨੇ ਅੱਗ ਉੱਤੇ ਰਖਵਾ ਦਿੱਤੀ ਸੀ। ਤੇ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਪਟਨੇ ਦੀ ਪਾਵਨ ਧਰਤੀ ਦੇ ਉੱਤੇ ਉਹਨਾਂ ਦੀ ਆਮਦ ਹੋਈ, ਅਵਤਰਿਤ ਹੋਇਆ, ਉਹਨਾਂ ਦਾ ਪ੍ਰਕਾਸ਼ ਹੋਇਆ। ਇਤਿਹਾਸ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਪਟਨੇ ਦੀ ਧਰਤੀ ਦਾ। ਇਹ ਉਹੀਓ ਧਰਤੀ ਹੈ ਜਿਸ ਵੇਲੇ ਕਲਗੀਧਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਸਾਰੇ ਇਹ ਸਾਖੀ ਤਾਂ ਸਾਰੇ ਸੁਣਦੇ ਹੀ ਹੈ ਭੀਖਮ ਸ਼ਾਹ ਫਕੀਰ ਦੀ, ਪਰ ਉਹਨਾਂ ਦੀ ਸੇਵਾ ਐਸੀ ਹੈ ਕਿ ਹਰ ਸਾਲ ਕੀ ਹਰ ਦਿਨ ਵੀ ਉਹਨਾਂ ਨੂੰ ਯਾਦ ਕੀਤਾ ਜਾਏ ਤੇ ਛੋਟੇ ਨਹੀਂ ਹੋ ਜਾਣ ਲੱਗੇ। ਉਹਨਾਂ ਦਾ ਨਾਮ ਲਿਆ ਵੀ ਰੂਹ ਨੂੰ ਸਕੂਨ ਮਿਲਦਾ ਹੈ, ਮਨ ਵਿੱਚ ਹੁਲਾਰਾ ਹੁੰਦਾ ਹੈ। ਪੰਜਾਬ 'ਚੋਂ ਬੈਠੇ ਇੱਕ ਫਕੀਰ ਨੇ ਕਿੱਡੀ ਕੁ ਦੀ ਅਵਸਥਾ ਹੋਏਗੀ ਕਿ ਬੈਠੇ ਬੈਠੇ ਨੇ ਪਟਨੇ ਦੀ ਧਰਤੀ ਉੱਤੇ ਅਨੁਮਾਨ ਲਾ ਲਿਆ, ਅਨੁਭਵ ਹੋ ਗਿਆ ਕਿ ਕੋਈ ਐਸੀ ਰੂਹ ਦਾ ਆਉਣਾ ਇਸ ਧਰਤੀ ਤੇ ਹੋਇਆ ਹੈ ਜਿਸ ਨੂੰ ਰੱਬ ਦੇ ਘਰ ਤੋਂ ਵੀ ਵੱਧ ਕੇ ਪੂਜਿਆ ਜਾਣਾ ਚਾਹੀਦਾ। ਮੱਕੇ ਨੂੰ ਛੱਡ ਕੇ ਨਮਾਜ਼ ਪੜ੍ਹਨ ਲੱਗਿਆ ਸਿਜਦਾ ਪੂਰਬ ਵੱਲ ਕਰਦਾ ਹੈ। ਉਹ ਕੌਣ ਹੈ? ਉਹ ਹੈ ਸ਼ਾਹ ਭੀਖ, ਜਿਹਨੂੰ ਭੀਖਮ ਸ਼ਾਹ ਫਕੀਰ ਕਹਿੰਦੇ। ਸੈਯਦਾਂ ਦੇ ਵਿੱਚੋਂ ਸੀ। ਸੈਯਦਾਂ ਦਾ ਬਹੁਤ ਵੱਡਾ ਸਨਮਾਨ
दीने इस्लाम विच कीता जाता है। सैयद इक्को एक ऐसी कौम है जिहड़े बादशाह हुंदे सन ना, उन्हां दे जिहड़े हाथी नूं चलाउण वाले महावत हुंदे सन, वो सैयद रखे जाते सन। कारण इस करके क्योंकि सैयद पैगंबरां दे विचों जिहड़े सन, उन्हां दे विचों उन्हां दा खून मनदे आ कि उन्हां दी कुल विचों हन ओह। इस करके जिहड़े सैयद सन, सैयदां नूं इस लई महावत रखिया जांदा क्योंकि हाथी नूं चलाउण वाला अगे बैठदा सी कि बादशाह वल अगर कोई कंड करके पिठ करके बैठ सकता है तो वह सैयद हो सकता है, क्योंकि ये पवित्र मन्ने जाते हैं। इसलिए सैयद सन, अल्लाह वाले सन, बंदगी वाले सन, इबादत वाले सन, ऐसे सन अगरचे किसी गुनाहगार के उत्ते इन्हां दी नज़र पै जाए तो सूबेदार लोग उस गुनाहगार की सज़ा मुआफ़ कर दिया करते सन। ऐसी इबादत वाले और असर रसूख वाले सन भीखम शाह। पर पटने की पावन धरती ते जदों गए, महाराज के दीदार पाए तो गुरु कलगीधर महाराज नूं नमस्कार की, सजदा किया, कूजे अगे रखे, हिंदुआं दे होणगे जां मुसलमानां दे होणगे। दो कूजे रखे, एक विच दुध, एक विच पानी का जिक्र आउंदा है, कई सारे मिठाइयां का जिक्र भी करते हैं। किहदा होएगा? महाराज जी ने दोवां ते हथ रखे रूहानीयत की ताकत के नाल। भीखम शाह ने सजदे किए। पटने की वो धरती है जिथे बाजां वाले पातशाह जी ने बड़े 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 कौतक किए। जदों कलगीधर महाराज जी पटने की धरती ते रहे कुछ समा, जदों उत्थों चल के आन लगे ना, जदों पटने की धरती तो आन लगे पंजाब वाल, जिन्नी संगत सी उन्होंने दशमेश पिता कलगीधर महाराज जी अगे बेनतियां कीतियां कि तुसी ना जाओ, तुहाडे बिना साडा दिल नहीं जी लगना, सानू तुहाडी आदत पै गई है, साडे रूह विच वसदे हो, क्योंकि असी तुहाडे बिना रह नहीं सकते। कुछ एक इंसान या कुछ एक शरीर ते ऐसे सन कि गुरु जी दे नाल ऐसा रूहानीयत का रिश्ता बन गया सी कि दर्शना बिना कुछ खांदे पींदे नहीं सन। इतिहास विच ऐसे कुछ जिक्र आउंदे, जदों कलगीधर जी पटना साहब की धरती तो आउण लगे पंजाब, उत्थे कुछ सन जिन्हां विचों सब तो पहले करीम बख्श जिन्हां दा नाम आउंदा इस्लाम, जदों इतिहास नूं पढ़दे आ, वो एक मुसलमान सन। भावें मुसलमान, ये नहीं कि गुरु कलगीधर महाराज दे प्यारे सिख कल्ले सिखे सन, महाराज नूं प्यार करने वाले मुसलमान भी बेशुमार सन। क्यों? क्योंकि गुरु साहब सच्चे पातशाह ने ऐसियां रहमतां बख्शिशां कीतियां, जिहड़ा भी कोई उन्हां कोल आ गया नवाज दिता। सेवक बहुत हैं, सेवक ते सिख विच फर्क है। सिख ते सिख ही हो सकता है जिहड़ा गुरमर्यादा अनुसार होएगा, सेवक कोई भी किसी भी धर्म का बन सकता है। ते बाणी विच भी सो सिख सखा, बाणी दे विच आउंदा ना, बंधप है पाई जो गुरु के भाणे विच आता है। तो ये सेवक सन करीम बख्श होनी, इन्हां ने गुरु कलगीधर महाराज सच्चे पातशाह नूं हथ जोड़ के बेनती की, महाराज जी आप जी ते चले जाओगे, तुहाडे बिना मैं नहीं जे रह सकदा। एक मुसलमान वो गुरु घर का श्रद्धालु क्यों बनिया, ये भी एक बड़ी कमाल की गाथा है, सुनने वाली है। तुहाडे करीम बख्श रहीम बख्श दो भरा ने। कई ग्रंथां विच तां ऐसा भी लिखिया कि पटने दे विच उन्हां दी नवाबियत सी, वो आगू सन, ते उन्हां दी जदों आगू सन लोकां विच चलदी सी, उन्हां दे घर कोई औलाद नहीं सी। करीम बख्श ते रहीम बख्श इन नाम आउंदे आ, औलाद नहीं सी। उन्हां दे मन विच चाहना सी कि साडे घर बालक दा जन्म होए। उन्हां बड़े पीर मनाए, फकीरां दे गए, मुसलमान सन, दुआवां कीतियां, पर गल ना बनी। अंत जदों थक के हार के बैठ गए तो किसी ने पूछा कि की हीला किया जाए, तो उन्होंने किसी ने दसिया कि अगर कोई परमेश्वर के दरगाह दे विच भी लेख लिख सकता, जिदा आउंदा ना इतिहास विच कि माई ने आख्या सच्चे पातशाह घर बच्चा नहीं, कोई औलाद नहीं, महाराज कहते लिखिया नहीं तेरे,
हथ जोड़ के किसी सिख ने समझा दिता सी कि जुगती नाल मुक्ति हो जाती। हथ जोड़ आख्या सच्चे पातशाह जी उदों नहीं लिखिया तो हुण लिख दो। लिखना तो तुसी है ना, लिखण वाले तुसी हो, तुहाडे हथ च कलम है, ताकत है, ते जो चाहो मस्तक ते लिख सकते हो। हाथ कलम अगम मस्तक लिखावती। ते महाराज जी नूं उस किसी करीम बख्श नूं किसी सिख ने समझा दिता जां किसी श्रद्धालु ने दस दिता, अगर तेरी झोली दे विच खैर पै सकती है तो गुरु नानक दे घरों पै सकती है। तो गुरु तेग बहादुर साहब इधर आए हुए हैं, उन्हां दे चरण परस लै। गुरु तेग बहादुर जी जदों पटना साहब की धरती ते आए, जिस जगह के उत्ते गुरुद्वारा गुरु का बाग है पटना साहब, उस जगह के उत्ते उहदा एक बाग सी करीम बख्श दा। उहदा बाग सुक्या पिया सी, बाग हरा नहीं सी, सुक्का पै गया सी। ते जिस वेले गुरु तेग बहादुर साहब सच्चे पातशाह उत्थे आए सन जी, ते महाराज जी दे आउण दे नाल वो बाग हरा हो गया। गुरु जी दे चरण पाउण दे नाल वो बाग हरा हो उठिया। उहनूं जदों पता लग्या ते महाराज दे चरनी लगा सी, ते गुरु साहब ने बख्शिश कीती सी कि कोई ना भाई तेरे घर गुरु नानक दे घर किसी चीज़ की कमी नहीं, शरधा नाल भावना नाल सेवा करया कर, किरपा होएगी। तो किरपा हुई, उहदे घर अगे औलाद हुई, ते वह गुरु घर नाल ऐसा जुड़िया कि गुरु का ही होने पड़िया। जदों गुरु कलगीधर महाराज जी ने जाना सी ना पटने तो पंजाब नूं, उदों फिर महाराज दे अगे खड़ गया सच्चे पातशाह, हे गरीब नवाज, मेरा निजम है तुहाडे दर्शन करना। रोज़ गुरु जी के दर्शन करता सी, हुण दिल करेगा तो तुहाडे दर्शन किवें करांगा। सुनियो गल एक समझण वाली है। गुरु कलगीधर ने उस मुसलमान फकीर नूं की आख्या, है सी मुसलमान। गुरु दशमेश पिता कलगीधर जी ने आख्या, जे मेरे दर्शनां दी चाहना होवे ते फिर एक काम करिया जे। कहंदा जी की करांगा जी। गुरु गोबिंद सिंह महाराज कहंदे रोज़ जपजी साहब का पाठ करियो, ते जपजी साहब का पाठ करोगे मैं कदे भी तुहाडे तो दूर नहीं, तुहाडे नाल आ, मैं मेरी हजूरी च रहोगे तुसीं। लिखिया ग्रंथां च, अपने कोलों नहीं। ते वो एक मुसलमान फकीर जिन्ना चिर रहा जपजी साहब का पाठ करता रहा, इतिहासकार कहते महाराज के दर्शन करता रहा। एक नहीं अनेकों बार गुरु कलगीधर महाराज जी के ऐसे कौतक ने कि इतने जोर लग्या पाया। मैं समझदा पता नहीं पढ़ते नहीं जब दिमाग किधर फिर गया लोगों का, रौला पाई जाते आम इंसान तुहाडी जुबान नूं तुहाडी सुरत नूं हो की गया, तुसीं समझ क्यों नहीं रहे। गुरु महाराज सच्चे पातशाह कलगीधर महाराज ने हो ते उन्हां नूं आम कहना भी नहीं फबदा। उते परमात्मा के दर ते पुजे हुए ने, या परमात्मा ही ने, वो खुद परमात्मा। वो तो दोवां जहानां दे बार दो आलम शाह आखदे पाई नंद लाल, जिन्हां ने गुरु गोबिंद सिंह महाराज नूं नेड़ेों तक्या। बार दो आलम शाह, दोवें जहानां दा बाली है गुरु गोबिंद सिंह। कलगीधर महाराज ने उस मुसलमान नूं आख्या, उन्होंने सारी जिंदगी दर्शन होते रहे। फिर एक होर प्रेमी सी पटने का, कौन? शिवदत्त पंडित। तुसी भुल नहीं सकते उस इंसान। शिवदत्त पंडित ने गुरु कलगीधर महाराज नूं बेनती की, मैं दर्शन करदा हाँ, दर्शना बिना गुजारा नहीं। गुरु कलगीधर महाराज ने आख्या रोज अमृत वेले अते शामां नूं दर्शन होणगे। महाराज ने आख्या ये किरपा बनी रहेगी और सारी जिंदगी होंदी रही। फतेह शाह राजा सी उत्थे दा, जिहड़ा वो इलाका सी छोटा जा, वो जिन्नी क सी ते मैणी संगत उहनूं कहंदे सन। उत्थे दी राणी भी सी विसंबरा देवी, ते एक होर भी नाम आउंदा उहदा। उहने हथ जोड़ आख्या, सच्चे पातशाह कलगीधर दशमेश पिता सतगुरु जी, तुसी ते चले जाओगे, मैं की करांगे। महाराज कहंदे रोज लंगर बना के, छोले बना के, पूरियां बना के बच्चियां नूं छकायो, मैं रोज छकना आवांगा। कैसे कौतक ने उन्हां दी जिंदगी के। संगत ने पटने दी ने बचन कीते
ਕਲਗੀਧਰ ਜੀ ਆਪ ਜੀ ਤੇ ਚਲੇ ਜਾਓਗੇ, ਆਪ ਜੀ ਤੋਂ ਬਾਅਦ ਅਸੀਂ ਸਾਰੀ ਸੰਗਤ ਉਦਾਸੀ ਵਿੱਚ ਚਲੇ ਜਾਵਾਂਗੇ, ਤੁਹਾਡੇ ਤੋਂ ਬਿਨਾ ਜ਼ਿੰਦਗੀ ਦਾ ਖੇੜਾ ਮੁੱਕ ਜਾਏਗਾ, ਗੱਲ ਨਹੀਂ ਬਣੇਗੀ, ਕੀ ਕਰਾਂਗੇ? ਤੇ ਤੁਹਾਡੇ ਦਰਸ਼ਨਾਂ ਦੀ ਚਾਹਨਾ ਹੋਏਗੀ, ਕੀ ਕਰਾਂਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਬਚਨ ਕੀਤੇ ਧਿਆਨ ਰੱਖਿਆ ਜੇ। ਸਾਰੀ ਸੰਗਤ ਨੂੰ ਆਖਿਆ, ਅਗਰ ਜੇ ਤੁਸੀਂ ਇਸ ਅਸਥਾਨ ਤੇ ਆ ਕੇ ਆਸਾ ਕੀ ਵਾਰ ਦਾ ਕੀਰਤਨ ਸੁਣੋਗੇ, ਬਾਣੀ ਸੁਣੋਗੇ ਤੇ ਮੇਰੇ ਦਰਸ਼ਨ ਹੋਣਗੇ, ਤੁਹਾਨੂੰ ਦਰਸ਼ਨਾਂ ਦਾ ਫਲ ਹੋਏਗਾ। 4 ਵਚਨ ਹੁਕਮ ਮਹਾਰਾਜ ਨੇ ਜਾਂਦੇ ਹੋਏ ਕੀਤੇ। ਜਪਜੀ ਸਾਹਿਬ ਦਾ ਪਾਠ ਕਰੀਮ ਬਖਸ਼ ਨੂੰ, ਰਹੀਮ ਬਖਸ਼ ਨੂੰ ਦੱਸਿਆ, ਸਿਮਰਨ ਦੀ ਦਾਤ ਸ਼ਿਵਦੱਤ ਨੂੰ ਦਿੱਤੀ, ਆਖਿਆ ਦਰਸ਼ਨ ਹੋਣਗੇ। ਤੇ ਗੁਰੂ ਕੀ ਸੰਗਤ ਨੂੰ ਸਾਧ ਸੰਗਤ ਜੀ ਆਸਾ ਦੀ ਵਾਰ ਦੇ ਕੀਰਤਨ ਦੀ ਗੱਲ ਆਖੀ, ਦਰਸ਼ਨ ਹੋਣਗੇ। ਤੇ ਰਾਣੀ ਮੇਣੀ ਨੂੰ, ਜਿਹੜੀ ਉੱਥੇ ਦੀ ਰਾਣੀ ਸੀ, ਉਹਨੂੰ ਸਾਧ ਸੰਗਤ ਜੀ ਲੰਗਰ ਦੀ ਸੇਵਾ ਲਈ ਦਰਸ਼ਨ ਹੋਣਗੇ। ਤੇ ਜਰਾ ਸੋਚਿਆ ਜੇ, ਸਿੱਖਾਂ ਕੋਲ ਸਾਰੀਆਂ ਚੀਜ਼ਾਂ ਨੇ, ਗੁਰੂ ਕਾ ਸਿੱਖ ਬਾਣੀ ਵੀ ਸੁਣਦਾ, ਕੀਰਤਨ ਵੀ ਸੁਣਦਾ, ਜਪਜੀ ਸਾਹਿਬ ਦਾ ਪਾਠ ਵੀ ਕਰਦਾ, ਲੰਗਰ ਦੀ ਸੇਵਾ ਵੀ ਕਰਦਾ, ਆਏ ਗਏ ਗੁਰਸਿੱਖਾਂ ਦੀ। ਤੁਹਾਡੇ ਰਿਵਾਜ ਥੋੜ੍ਹਾ ਜਿਹਾ ਘੱਟ ਹੈ, ਸਾਡੇ ਤਾਂ ਉੱਧਰ ਬੜਾ ਪੰਜਾਬ ਵਿੱਚ। ਅਸੀਂ ਤਾਂ ਨਹੀਂ ਲੰਗਰ ਦਿੰਦੇ ਕਿਸੇ ਨੂੰ, ਕੋਈ ਆ ਜਾਏ ਸਾਡੇ ਕੋਲ, ਅਸੀਂ ਤੇ ਕਹਿੰਦੇ ਆਓ ਸਾਡੇ, ਬੈਠੋ। ਤੇ ਕਲਗੀਧਰ ਮਹਾਰਾਜ ਨੇ ਆਖਿਆ ਕਿ ਹੇ ਦਸ਼ਮੇਸ਼ ਪਿਤਾ ਨੇ ਜਦੋਂ ਆਖਿਆ ਤੇ ਸਾਨੂੰ ਉਹ ਵੀ ਦਾਤ ਬਖਸ਼ ਦਿੱਤੀ, ਕੀਰਤਨ ਦੀ, ਬਾਣੀ ਦੀ, ਸਵਾਸ ਸਵਾਸ ਸਿਮਰਨ ਦੀ ਤੇ ਲੰਗਰ ਦੀ। ਜਦੋਂ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਨੇ ਤੇ ਇੱਕ ਗੱਲ ਜਾਣ ਲਿਓ, ਗੁਰੂ ਕਲਗੀਧਰ ਤੁਹਾਡੇ ਤੋਂ ਦੂਰ ਵੀ ਨਹੀਂ, ਭਾਵੇਂ ਕਿੱਥੇ ਮਰਜੀ ਹੋ ਤੁਸੀਂ। ਫਿਰ ਪਟਨੇ ਦੀ ਧਰਤੀ ਤੋਂ ਚੱਲੇ ਗਏ। ਰਸਤੇ ਵਿੱਚ ਕਈ ਸਾਰੇ ਕੌਤਕ ਹੋਏ। ਇੱਕ ਕੌਤਕ ਮੈਂ ਤੁਹਾਨੂੰ ਜ਼ਰੂਰ ਸੁਣਾਉਣਾ ਚਾਹਾਂਗਾ, ਲਖਨੌਰ ਦੀ ਧਰਤੀ ਦਾ। ਲਖਨੌਰ, ਕੱਲ ਮੈਂ ਦੱਸਿਆ ਸੀ ਗੁਰੂ ਜੀ ਦੇ ਨਾਨਕੇ ਪਿੰਡ, ਉਹ ਮੈਂ ਕੱਲ ਦੱਸ ਦਿੱਤਾ ਸੀ ਕਿ ਨਾਨਕੇ ਪਿੰਡ ਕਿਵੇਂ ਨੇ। ਮਾਤਾ ਗੁਜਰੀ ਜੀ ਦੇ ਪੇਕੇ ਪੁਰਾਣੇ ਉਹ ਸਨ। ਮਾਤਾ ਗੁਜਰੀ ਦੇ 2 ਭਰਾ ਸਨ, ਇੱਕ ਉੱਥੇ ਰਹਿ ਗਏ, ਇੱਕ ਜਾ ਕੇ ਕਰਤਾਰਪੁਰ ਵਸ ਗਏ। ਉੱਥੋਂ ਉੱਠ ਕੇ ਪੁਰਾਣਾ ਪਿੰਡ ਉਹੀ ਸੀ, ਮਾਤਾ ਗੁਜਰੀ ਜੀ ਦਾ ਉੱਥੇ ਖੂਹ ਵੀ ਹੈ, ਹੋਰ ਵੀ ਬਹੁਤ ਕੁਝ ਹੈ। ਜਦੋਂ ਗੁਰੂ ਕਲਗੀਧਰ ਜੀ ਉੱਥੇ ਰੁਕੇ, ਬੱਚਿਆਂ ਨਾਲ ਖੇਡ ਰਹੇ ਸਨ। ਉਮਰ ਸਰੀਰ ਦੀ ਬਹੁਤ ਛੋਟੀ ਹੈ, 9 ਸਾਲ ਤੋਂ ਵੀ ਛੋਟੀ ਉਮਰ ਹੈ। ਬੱਚਿਆਂ ਨਾਲ ਖੇਡ ਰਹੇ ਸਨ ਤੇ ਇੱਕ ਫਕੀਰ ਜੀ ਦਾ ਗ੍ਰੰਥਾਂ ਦੇ ਵਿੱਚ ਆਰਿਫ ਦੀਨ ਨਾਮ ਲਿਖਿਆ, ਉਹ ਪਾਲਕੀ ਵਿੱਚ ਬੈਠਾ ਜਾ ਰਿਹਾ ਸੀ। ਸੂਫੀ ਸੰਤ ਸੀ, ਮੁਸਲਮਾਨ ਸੀ, ਪਾਲਕੀ ਵਿੱਚ ਬੈਠਾ ਜਾ ਰਿਹਾ ਹੈ। ਤੇ ਗੁਰੂ ਕਲਗੀਧਰ ਮਹਾਰਾਜ ਨੂੰ ਨੇ ਬਾਲਾਂ ਨਾਲ ਖੇਡਦਿਆਂ ਤੱਕਿਆ, ਬੱਚਿਆਂ ਨਾਲ। ਜਦੋਂ ਬੱਚਿਆਂ ਨਾਲ ਖੇਡਦੇ ਤੱਕਿਆ ਤੇ ਉਹ ਸਾਧ ਸੰਗਤ ਜੀ ਪਾਲਕੀ 'ਚ ਉਤਰ ਆਇਆ, ਪਾਲਕੀ 'ਚੋਂ ਉਤਰ ਗਿਆ ਤੇ ਕਿੰਨਾ ਸਮਾਂ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਦਾ ਰਿਹਾ। ਉਹ ਫਕੀਰ ਕਿੰਨਾ ਸਮਾਂ ਦਰਸ਼ਨ ਕਰਦਾ ਰਿਹਾ। ਜਦੋਂ ਸਾਧ ਸੰਗਤ ਦਰਸ਼ਨ ਕੀਤੇ ਨਾ ਜੀ, ਦਰਸ਼ਨ ਕਰਕੇ ਤੁਰਨ ਲੱਗਾ, ਪਾਲਕੀ 'ਚ ਚੜਿਆ ਨਾ, ਕਿੰਨੀ ਦੂਰ ਤੱਕ ਤੁਰਦਾ ਹੀ ਗਿਆ। ਉਹਦੇ ਚੇਲਿਆਂ ਨੇ ਫਿਰ, ਜਿਹੜੇ ਪਾਲਕੀ ਵਾਲੇ ਸਨ, ਉਹਨਾਂ ਨੇ ਪੁੱਛ ਲਿਆ ਉਸ ਫਕੀਰ ਨੂੰ, ਪੁੱਛਿਆ ਹੈ ਕਿ ਕੀ ਕਾਰਨ ਹੈ ਫਕੀਰ ਜੀ, ਤੁਸੀਂ ਪਾਲਕੀ 'ਚ ਉਤਰੇ ਤੇ ਕਿੰਨਾ ਸਮਾਂ ਉਸ ਬਾਲਕ ਨੂੰ ਤੱਕਦੇ ਰਹੇ, ਕਿਤਨਾ ਹੀ ਸਮਾਂ ਉਸ ਬਾਲਕ ਨੂੰ ਤੱਕਦੇ ਰਹੇ, ਐਸਾ ਕਿਹੜਾ ਕਾਰਨ ਹੈ ਕਿ ਉਸ ਬਾਲਕ ਨੂੰ ਤੱਕਿਆ ਤੇ ਤੁਸੀਂ ਪਾਲਕੀ ਦੇ ਉੱਤੇ ਵੀ ਨਹੀਂ ਚੜੇ, ਤੇ ਕੀ ਕਾਰਨ ਹੈ? ਤੇ ਉਸ ਫਕੀਰ ਨੇ ਜਿਹੜੀ ਗੱਲ ਆਖੀ ਉਹ ਵੀ ਬੜੀ ਹੈਰਾਨੀ ਵਾਲੀ ਹੈ, ਸਮਝ ਲੈਣ ਵਾਲੀ ਹੈ। ਉਸ ਫਕੀਰ ਨੇ ਆਖਿਆ ਆਪਣੇ ਚੇਲਿਆਂ ਨੂੰ, ਆਪਣੇ ਮੁਰੀਦਾਂ ਨੂੰ, ਕਿ ਤੁਹਾਡੀ ਨਜ਼ਰ ਦੇ ਵਿੱਚ ਉਹ ਬਾਲਕ ਹੋਏਗਾ, ਪਰ ਜਿਨ੍ਹਾਂ ਨੂੰ ਥੋੜੀ ਬਹੁਤੀ ਸਮਝ ਹੈ, ਉਹਨਾਂ ਚੇਲਿਆਂ ਨੇ ਆਖਿਆ ਕਿ ਆਮ ਇਨਸਾਨ ਦੀ ਤਰ੍ਹਾਂ ਆਮ ਬੱਚਾ ਹੈ। ਚੇਲਿਆਂ ਮੁਰੀਦਾਂ ਨੇ ਆਖਿਆ ਕਿ ਆਮ ਇਨਸਾਨ ਦੀ ਤਰ੍ਹਾਂ ਆਮ ਬੱਚਾ ਹੈ, ਤੇ ਇਸ ਲਈ ਫਿਰ ਤੁਹਾਨੂੰ, ਤੁਸੀਂ ਸਤਿਕਾਰਯੋਗ ਹੋ, ਤੁਹਾਨੂੰ ਲੋਕੀ ਸਤਿਕਾਰ ਦਿੰਦੇ ਆ, ਉੱਚੀ ਪਦਵੀ ਵਾਲੇ ਹੋ, ਬੰਦਗੀ ਵਾਲੇ ਹੋ, ਤੁਹਾਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਉਸ ਵੇਲੇ ਉਸ ਫਕੀਰ ਨੇ ਆਖਿਆ, ਆਰਫਦੀਨ ਨੇ ਕਹਿਣ ਲੱਗਾ, ਤੁਹਾਡੀ ਨਜ਼ਰ ਹੈ ਜਿਹੜੀ ਖੱਲ ਤੱਕ ਹੈ, ਚਮੜੀ ਤੱਕ ਹੈ, ਤੁਹਾਨੂੰ ਨਹੀਂ ਪਤਾ, ਤੁਹਾਨੂੰ ਅੰਦਰਲੀ ਗੱਲ ਦਾ ਨਹੀਂ ਪਤਾ। ਅਗਰ ਅੰਦਰਲੀ ਗੱਲ ਕਿਤੇ ਖੁੱਲ ਜਾਏ, ਕਿਤੇ ਗੰਢ, ਤੇ ਫਿਰ ਤੁਹਾਨੂੰ ਮੈਂ ਦੱਸ ਦੇਣਾ ਕਿ ਇਹ ਜਿਹਨੂੰ ਤੁਸੀਂ ਬਾਲਕ ਕਹਿੰਦੇ ਹੋ, ਬਾਲਕ ਨਹੀਂ,
ਇਹਦੇ ਕੋਲ ਲੋਕ ਪ੍ਰਲੋਕ ਦੀਆਂ ਚਾਬੀਆਂ ਨੇ ਇਹਦੇ ਹੱਥ ਦੇ ਵਿੱਚ। ਜੋ ਮਰਜ਼ੀ ਚਾਹੇ ਜਿਹੜਾ ਮਰਜ਼ੀ ਜਿੰਦਾ ਖੋਲ ਦੇ, ਤੇ ਇਹ ਸਾਰੇ ਜਿੰਦਿਆਂ ਦਾ ਮਾਲਕ, ਸਾਰੀਆਂ ਚਾਬੀਆਂ ਦਾ ਮਾਲਕ ਹੈ। ਜੋ ਚਾਹੇ ਕਰ ਸਕਦਾ ਹੈ। ਇਹ ਖੁਦ ਰੱਬ ਇਸ ਧਰਤੀ ਤੇ ਹੈ। ਇੱਕ ਮੁਸਲਮਾਨ ਫਕੀਰ ਦੇ ਬੋਲ ਰਹੇ, ਇੱਕ ਦੇ ਆ ਕਿਤੇ ਕਈਆਂ ਦੇ ਬੋਲ। ਗਿਆਨੀ ਜੀ ਇਸ਼ਾਰਾ ਕਰਦੇ ਸਨ ਥੋੜਾ ਜਿਹਾ ਸੈਦ ਖਾਨ ਦਾ। ਮੇਰੇ ਜਦੋਂ ਮੈਂ ਉੱਥੋਂ ਦਰਵਾਜ਼ੇ ਚੋਂ ਆਇਆ ਤੇ ਇਹ ਉਹਨਾਂ ਦੀ ਗੱਲ ਕਰ ਰਹੇ ਸਨ, ਤੇ ਜਿਹੜੀ ਗੱਲਬਾਤ ਹੋਈ ਸੀ ਉਹ ਮੇਰੇ ਇੱਕਦਮ ਆ ਗਈ। ਫਾਰਸੀ ਦੀ ਗੱਲਬਾਤ ਸੀ। ਮੈਂ ਕਿਹਾ ਸੁਣਾਵਾਂਗਾ। ਮੈਂ ਗੱਲ ਇਹ ਹੋਈ ਸੀ, ਜਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਇਆ ਨਾ, ਇੱਕ ਤੇ ਸੈਦ ਖਾਨ ਸੀ, ਇੱਕ ਸੈਦ ਬੇਗ ਸੀ। ਮੈਂ ਉਹਨਾਂ ਵਾਲੀ ਗੱਲ ਨਹੀਂ ਕਰ ਰਿਹਾ, ਮੈਂ ਦੂਜੇ ਦੀ ਕਰ ਰਿਹਾ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੜਨ ਆਇਆ ਸੀ, ਜੰਗ ਕਰਨ ਆਇਆ ਸੀ। ਦੋ ਆਏ ਸੀ ਇਹ। ਉਹ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੜਨ ਆਇਆ ਨਾ, ਉਹਨੇ ਆਖਿਆ ਸੀ, ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੁਦ ਆਉਣ ਮੇਰੇ ਨਾਲ ਲੜਨ। ਲੋਕਾਂ ਦੇ ਪੁੱਤ ਕਿਉਂ ਮਰਾਉਣੇ ਆ, ਖੁਦ ਲੜਨ। ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਾਂਗਾ, ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਤਾਂ ਜਿੱਤ ਲਵਾਂਗਾ, ਸ਼ਹੀਦ ਕਰ ਲਵਾਂਗਾ, ਜਾਂ ਜਿੰਦਾ ਫੜ ਕੇ ਲੈ ਜਾਵਾਂਗਾ। ਉਹਨੇ ਇਹ ਗੱਲ ਕੀਤੀ ਸੀ। ਦੁਸ਼ਮਣ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ, ਲੜਨ ਆਇਆ ਸੀ। ਗੁਰੂ ਤੇ ਨਹੀਂ ਕਿਸੇ ਦਾ ਦੁਸ਼ਮਣ, ਪਰ ਗੁਰੂ ਨੂੰ ਕਈ ਦੁਸ਼ਮਣ ਸਮਝ ਲੈਂਦੇ ਆਪਣਾ। ਗੁਰੂ ਤੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰੂ ਤੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨੇ। ਇਹ ਗੁਰੂ ਘਰ ਦੇ ਵਿੱਚ ਤੇ ਨਹੀਂ ਇਸ ਤਰ੍ਹਾਂ ਦਾ, ਪਰ ਸਾਹਮਣੇ ਵਾਲਾ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਨਾਲ ਤੱਕਦਾ। ਗੁਰੂ ਇਤਿਹਾਸ ਵਿੱਚ ਆਉਂਦਾ। ਭਾਈ ਦਇਆ ਸਿੰਘ ਨੂੰ ਸਵਾਲ ਕੀਤਾ ਸੰਗਤ ਨੇ ਕਿ ਕਈ ਬੰਦੇ ਲੜਨ ਆਉਂਦੇ ਤੇ ਗੁਰੂ ਘਰ ਵੱਲੋਂ ਸ਼ਸਤਰ ਚੁੱਕ ਲਏ ਜਾਂਦੇ, ਕੀ ਕਾਰਨ ਹੈ? ਉਹਦੇ ਵਿੱਚ ਇਤਿਹਾਸ ਵਿੱਚ ਉਹਨਾਂ ਬਚਨ ਦਿੱਤਾ, ਜਿੱਦਾਂ ਦੀ ਕੋਈ ਭਾਵਨਾ ਰੱਖ ਕੇ ਆਉਂਦਾ ਗੁਰੂ, ਉੱਦਾਂ ਦੀ ਉਹ ਭਾਵਨਾ ਪੂਰੀ ਕਰ ਦਿੰਦਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕੋਈ ਲੜਨ ਦੇ ਮੂਡ 'ਚ ਆਵੇ ਤੇ ਗੁਰੂ ਸਾਹਿਬ ਉਹਦੀ ਭਾਵਨਾ ਪੂਰੀ ਨਾ ਕਰਨਗੇ, ਲੜ ਪੈ ਫਿਰ ਆ ਜਾ। ਪ੍ਰੇਮ ਦੇ ਮੂਡ ਵਿੱਚ ਆਵੇ, ਕੋਈ ਸਿਰ ਦੇਣ ਦੇ ਇੱਛਾ ਨਾਲ ਆਵੇ ਤੇ ਗੁਰੂ ਮਹਾਰਾਜ ਸਿਰ ਲੈ ਵੀ ਲੈਣਗੇ ਤੇ ਫਿਰ ਸਿਰ ਦੇ ਵੀ ਦਿੰਦੇ, ਉਹਦੇ ਲਈ ਖੜ ਜਾਂਦੇ ਆ ਸੋਟਾ ਫੜ ਕੇ। ਭਾਈ ਜੋਗੇ ਦਾ ਇਤਿਹਾਸ ਗਵਾਹੀਆਂ ਭਰਦਾ। ਉਹ ਆਇਆ ਜਿਸ ਵੇਲੇ ਗੁਰੂ ਕਲਗੀਧਰ ਜੀ ਨੂੰ ਯਾਦ ਕਰਦਾ। ਦਸ਼ਮੇਸ਼ ਪਿਤਾ ਆਪਣੇ ਨੀਲੇ ਤੇ ਘੋੜੇ ਤੇ ਚੜਿਆ। ਘੋੜੇ ਤੇ ਚੜੇ ਮਹਾਰਾਜ ਦਾ ਘੋੜਾ ਟੱਪ 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 ਕਰਦਾ ਅੱਗੇ ਵੱਧਦਾ ਗਿਆ। ਉਹ ਦੂਰੋਂ ਫੌਜਾਂ ਦੇ ਵਿੱਚੋਂ, ਨੀਲੇ ਬਾਣਿਆਂ ਦੇ ਵਿੱਚੋਂ, ਬਾਣੇ ਵਾਲੇ ਖਾਲਸਿਆਂ ਦੇ ਵਿੱਚੋਂ ਦਸ਼ਮੇਸ਼ ਪਿਤਾ ਕਲਗੀਧਰ ਜੀ ਦਾ ਘੋੜਾ ਆਉਂਦਾ ਹੈ। ਉਹ ਚਿੱਟੀ ਚਿੱਟੀ ਸੋਹਣੀ ਸੋਹਣੀ ਕਲਗੀ, ਕਲਗੀ ਦੇ ਉੱਤੇ ਜੜੀ ਹੋਈ ਜਿਗਾ, ਥੱਲੇ ਜਿਗਾ ਲਾਈ ਜਾਂਦੀ, ਉੱਤੇ ਕਲਗੀ ਲਾਈ ਜਾਂਦੀ, ਜਿਗਾ ਚਮਕਦੀ, ਉਹਦੇ ਉੱਤੇ ਹੀਰੇ ਲਾਏ ਹੁੰਦੇ। ਮਹਾਰਾਜ ਦੇ ਚਿੱਟੇ ਚਿੱਟੇ ਦੰਦ, ਨਿਰਾ ਹੁਸਨ ਕਿ ਹੁਸਨੁਲ ਵਜੂ ਹੈ, ਕਿ ਹੁਸਨ ਦਾ ਵਜੂਦ ਹੈ ਤੂੰ। ਇੰਨੇ ਸੋਹਣੇ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਦੇਖ ਕੇ ਚਮਕਾਂ ਪੈਣ। ਤੇ ਮਹਾਰਾਜ ਨੂੰ ਵੇਖਿਆ ਨਾ ਜਿਸ ਵੇਲੇ, ਉਹ ਜਿਹੜਾ ਲੜਨ ਲਈ ਆਇਆ ਸੀ, ਮਹਾਰਾਜ ਕਲਗੀਧਰ ਮਹਾਰਾਜ ਨੂੰ ਵੇਖ ਕੇ ਉਹਨੇ ਸ਼ਸਤਰ ਸੁੱਟ ਦਿੱਤੇ। ਲੜਨ ਲਈ ਆਇਆ ਸੀ, ਸ਼ਸਤਰ ਸੁੱਟ ਦਿੱਤੇ। ਮਹਾਰਾਜ ਕਹਿੰਦੇ ਲੜਦਾ ਕਿਉਂ ਨਹੀਂ? ਉਹਨੇ ਜਿਹੜੇ ਬੋਲ ਕਹੇ ਉਹ ਵੀ ਸਮਝ ਲੈਣ ਵਾਲੇ ਨੇ। ਕਹਿੰਦਾ ਖੁਦਾ ਆਇਦ ਜਾਂ ਆਇਦ ਖੁਦਾ ਬੰਦਾ। ਉਹ ਮੁਸਲਮਾਨ ਕਹਿੰਦਾ ਓਏ ਰੱਬ ਆ ਗਿਆ ਜਾਂ ਰੱਬ ਦਾ ਬੰਦਾ ਆ ਗਿਆ। ਖੁਦਾ ਆਇਦ ਕਿ ਆਇਦ ਖੁਦਾ ਬੰਦਾ, ਹਕੀਕਤ ਦਰ ਮਿਜਾਜ ਆਇਦ ਕਿ ਮੁਰਦਾਰਾ ਕੁਨਦ ਜਿੰਦਾ। ਕਹਿੰਦਾ ਓਏ ਦੁਨੀਆ ਦੇ ਲੋਕੋ, ਸੱਚਮੁੱਚ ਧਰਤੀ ਤੇ ਰੱਬ ਆਇਆ ਹੋਇਆ ਹੈ। ਇਹ ਐਸਾ ਹੈ ਕਿ ਮੁਰਦੇ ਲੋਕਾਂ ਨੂੰ ਜ਼ਿੰਦਗੀ ਦੇਣ ਵਾਸਤੇ ਆਇਆ ਹੈ। ਜਿਹੜੇ ਮਰ ਚੁੱਕੇ ਆ ਉਹਨਾਂ ਨੂੰ ਜੀਵਨ ਦਾਤ ਦੇਣ ਆਇਆ ਹੈ। ਐਸੀ ਤਾਕਤ ਦਾ ਮਾਲਕ ਹੈ ਇਹ। ਉਹ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ, ਜਿਨ੍ਹਾਂ ਦੇ ਉੱਤੋਂ ਕੁਰਬਾਨੀਆਂ ਦੇਣ ਲਈ ਫਿਦਾ ਹੋ ਜਾਂਦੇ ਸਨ, ਇੱਕ ਨਜ਼ਰ ਦੇ ਲਈ ਆਪਣੀਆਂ ਜਾਨਾਂ ਮਾਰਨ ਨੂੰ ਕੁਰਬਾਨ ਹੋ ਜਾਂਦੇ ਸਨ। ਉਹ ਕਲਗੀਧਰ ਨੂੰ ਦੇਖ ਕੇ ਆਰਫ ਦੀਨ, ਇੱਕ ਮੁਸਲਮਾਨ ਫਕੀਰ, ਮਹਾਰਾਜ ਕਹਿਣ ਲੱਗਾ, ਕਹਿੰਦਾ ਹੈ ਕਿ ਸੱਚਮੁੱਚ ਖੁਦਾ ਹੈ। ਹੁਣ ਮੈਂ ਕਹਿਣਾ ਕੁਛ ਨਹੀਂ, ਮੈਂ ਨਹੀਂ ਕਹਿਣਾ ਉਹਨਾਂ ਨੂੰ ਕੁਛ ਜਿਹੜੇ ਗੁਰੂ ਸਾਹਿਬ ਨੂੰ ਆਮ ਕਹਿੰਦੇ ਜਾਓ ਕਹਿੰਦੇ।
ਤੁਸੀਂ ਉਹ ਕਹਿਣਾ। ਤੁਸੀਂ ਤੇ ਬੜਾ ਵਧੀਆ ਕੰਮ ਕੀਤਾ ਵੈਸੇ, ਇੰਗਲੈਂਡ ਦੀ ਸੰਗਤ ਨੂੰ ਵਾਹ ਵਾਹ ਸ਼ਾਬਾਸ਼ ਮਿਲਣੀ ਚਾਹੀਦੀ, ਮਹਾਰਾਜ ਦੇਣਗੇ ਬਖਸ਼ਿਸ਼ਾਂ। ਇਹਨਾਂ ਨੂੰ ਤੁਸੀਂ ਨਾਸਤਕਾਂ ਨੂੰ ਨੱਥ ਜੋ ਪਾਈ ਹੈ, ਮੈਂ ਨਾਸਤਕਾਂ ਦੇ ਬਿਲਕੁਲ ਖਿਲਾਫ ਨਹੀਂ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਪਰ ਨਾਸਤਕਾਂ ਦੀ ਸਟੇਜ ਉੱਤੇ ਆਪਣਾ ਪ੍ਰਚਾਰ ਜਿਵੇਂ ਕਰਨ, ਪਰ ਬਿਲਕੁਲ ਗੁਰੂ ਘਰ ਦੀ ਸਟੇਜ ਤੇ ਗੁਰੂ ਦੇ ਖਿਲਾਫ, ਗੁਰੂ ਦੀ ਬਾਣੀ ਦੇ, ਗੁਰੂ ਦੇ ਸਿਧਾਂਤ ਦੇ ਖਿਲਾਫ ਬਿਲਕੁਲ ਨਹੀਂ ਜਰੀ ਜਾਏਗੀ। ਗੱਲ ਯਾਦ ਰੱਖ ਲਿਆ ਜਾਏ। ਹਾਂ, ਆਪਣਾ ਜੋ ਮਰਜ਼ੀ, ਜਿਹੜੇ ਕਹਿੰਦੇ, ਜਿਹੜੇ ਸੱਚੀ ਵਿੱਚ ਹੀ ਨਾਸਤਿਕ ਨੇ, ਉਹਨਾਂ ਦਾ ਇੱਕ ਮਤ ਹੈ, ਨਹੀਂ ਮੰਨਦੇ, ਆਪਣਾ ਪ੍ਰਚਾਰ ਕਰਦੇ ਕਰੀ ਜਾਣ, ਪਰ ਗੁਰਦੁਆਰਾ ਗੁਰੂ ਦੀ ਬਾਣੀ ਦਾ, ਗੁਰੂ ਦੇ ਇਤਿਹਾਸ ਦਾ, ਗੁਰੂ ਦੇ ਸਿਧਾਂਤਾਂ ਦੇ ਪ੍ਰਚਾਰ ਦੇ ਲਈ ਹੈ ਇਹ। ਤਾਂ ਮੈਂ ਨਹੀਂ ਇਹ ਕਹਿਣਾ ਵੀ ਉਹ ਆਮ ਕਿਉਂ ਕਹਿੰਦੇ ਆ, ਪਰ ਮੈਂ ਤੁਹਾਨੂੰ ਇਹ ਦੱਸਣੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁੱਲ ਦੁਨੀਆ ਨੇ ਖਾਸੀਅਤ ਨਾਲ ਮਹਾਰਾਜ ਨੂੰ ਯਾਦ ਕੀਤਾ, ਔਰ ਉਹਨਾਂ ਨੂੰ ਲੋਕਾਂ ਨੇ ਸਿਜਦੇ ਕੀਤੇ, ਮੱਥੇ ਟੇਕੇ। ਉਹ ਐਸੇ ਨੇ ਕਿ ਉਹਨਾਂ ਨੂੰ ਝੱਖੜ ਵਾਉ ਨਾ ਡੋਲੇ, ਪਰਬਤ ਮੇਰਾਨ ਵਾਲੀ ਗੱਲ ਹੈ। ਖੁਸ਼ੀਆਂ ਬੜੀਆਂ ਉਹਦੇ ਵਿੱਚ ਵੀ, ਉੱਥੇ ਵੀ ਬਖਸ਼ਿਸ਼ਾਂ ਕੀਤੀਆਂ। ਅਗਰ ਜ਼ਿੰਦਗੀ ਦੇ ਵਿੱਚ ਹੁਣ ਅਨੰਦਪੁਰ ਸਾਹਿਬ ਦਾ ਮਾਹੌਲ ਵੇਖਾਂਗੇ, ਆਨੰਦਾਂ ਦੀ ਪੂਰੀ ਵਰਗਾ ਸੁੱਖ, ਆਨੰਦਾਂ ਦੀ ਪੂਰੀ ਵਰਗਾ ਸਕੂਨ ਕਿਤੇ ਹੈ? ਆਨੰਦਪੁਰੀ ਵਰਗਾ। ਜਦੋਂ ਗੁਰੂ ਕਲਗੀਧਰ ਮਹਾਰਾਜ ਕਿੰਨਾ ਪਿਆਰ ਕਰਦੇ ਸੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਆ ਕਪੂਰੇ ਦੇ ਕੋਲ, ਜਿਹੜਾ ਜ਼ਿਮੀਂਦਾਰ ਸੀ, ਤੇ ਉਹ ਮਹਾਰਾਜ ਨੇ ਉਹਦੇ ਕੋਲ ਨਾ ਜੀ ਇੱਕ ਕੋਟ ਸੀ, ਕੋਟ ਕਪੂਰੇ ਦਾ ਕਪੂਰਾ ਸੀ, ਉਹਦੇ ਨਾਂ ਤੇ ਵਸਿਆ ਹੋਇਆ। ਉਹਦੇ ਕੋਲ ਇੱਕ ਕਿਲਾ ਸੀ। ਕਿਲਾ ਗੁਰੂ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਨੇ ਉਹ ਤੋਂ ਕਿਲਾ ਮੰਗ ਲਿਆ ਵੀ ਤੂੰ ਸਾਨੂੰ, ਕਿਉਂਕਿ ਫੌਜ ਪਿੱਛੇ ਆ ਰਹੀ ਸੀ, ਸੂਬੇ ਸਰਹੰਦ ਦਾ ਪਤਾ ਨਹੀਂ ਸੀ, ਉਹ ਪਤਾ ਕਰਦਾ ਆ ਰਿਹਾ ਸੀ। ਜਦੋਂ ਮਾਛੀਵਾੜੇ ਸਨ ਮਹਾਰਾਜ, ਉਦੋਂ ਵੀ ਦਸ਼ਮੇਸ਼ ਪਿਤਾ ਕਲਗੀਧਰ ਜੀ ਦੇ ਕੋਲ ਪਹੁੰਚਣ ਦੇ ਯਤਨ ਕਰ ਰਿਹਾ ਸੀ। ਇਸ ਲਈ ਮਹਾਰਾਜ ਦਸ਼ਮੇਸ਼ ਪਿਤਾ ਨੇ ਚਮਕੌਰ ਦੀ ਗੜੀ ਤੋਂ ਬਾਅਦ ਵੀ ਕਿਲੇ ਦੀ ਢੂੰਡ ਰੱਖੀ, ਕੋਟ ਕਪੂਰੇ। ਹਾਲਾਂਕਿ ਜਦੋਂ ਦਮਦਮਾ ਸਾਹਿਬ ਵੀ ਗਏ ਮਹਾਰਾਜ ਨੂੰ, ਜਦੋਂ ਪਤਾ ਲੱਗਾ ਬਠਿੰਡੇ ਦੇ ਵਿੱਚ ਇੱਕ ਕਿਲਾ ਹੈ ਬਣਿਆ ਹੋਇਆ, ਗੁਰੂ ਕਲਗੀਧਰ ਮਹਾਰਾਜ ਉੱਥੇ ਵੀ ਕਿਲਾ ਵੇਖਣ ਗਏ ਸਨ। ਇੱਕ ਵੱਖਰਾ ਇਤਿਹਾਸ ਹੈ। ਤੇ ਮਹਾਰਾਜ ਜਦੋਂ ਉੱਥੇ ਗਏ, ਕਪੂਰੇ ਨੂੰ ਆਖਿਆ ਕਿ ਕਪੂਰਿਆ ਤੇਰਾ ਕਿਲਾ ਸਾਨੂੰ ਦੇ ਦੇ, ਜੰਗ ਕਰਨੀ। ਕਪੂਰੇ ਨੇ ਗੁਰੂ ਕਲਗੀਧਰ ਮਹਾਰਾਜ ਬਾਰੇ ਜਿਹੜੇ ਉਹਨੇ ਸ਼ਬਦ ਬੋਲੇ, ਮਹਾਰਾਜ ਦੀ ਸ਼ਾਨ ਦੇ ਖਿਲਾਫ ਸਨ। ਗੁਰੂ ਕਲਗੀਧਰ ਮਹਾਰਾਜ ਨੂੰ ਇਹ ਬੋਲੇ, ਕਹਿੰਦਾ ਜੀ ਮੈਂ ਤੇ ਨਹੀਂ ਕਿਲਾ ਦੇਣਾ, ਤੁਸੀਂ ਆਪਣਾ ਆਨੰਦਪੁਰ ਤੇ ਉਜਾੜ ਆਏ ਹੋ, ਹੁਣ ਮੇਰਾ ਕਿਲਾ ਵੀ ਢਾਹ ਦਿਓ। ਗੁਰੂ ਕਲਗੀਧਰ ਮਹਾਰਾਜ ਨੇ ਫਿਰ ਜਿਹੜੇ ਬੋਲੇ, ਬਚਨ ਕੀਤੇ ਕਪੂਰੇ ਨੂੰ, ਕਿਉਂਕਿ ਆਨੰਦਪੁਰ ਸਾਹਿਬ ਨੂੰ ਬਹੁਤ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਦੇ ਸਨ, ਬਹੁਤ ਜ਼ਿਆਦਾ। ਕਹਿਣ ਲੱਗੇ, ਕਹਿੰਦੇ ਕਪੂਰਿਆ ਆਨੰਦਪੁਰ ਤੇ ਵਸਦਾ ਹੀ ਹੈ, ਆਨੰਦਪੁਰ ਤੇ ਵਸਦਾ ਹੀ ਰਹੇਗਾ, ਆਨੰਦਪੁਰ ਸਦਾ ਵਸੇ। ਪਰ ਕਪੂਰਿਆ ਨਾ ਤੂੰ ਰਹਿਣਾ, ਨਾ ਤੇਰਾ ਕਿਲਾ ਰਹਿਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਲਗੀਧਰ ਮਹਾਰਾਜ ਐਸੀ ਆਨੰਦਾਂ ਦੀ ਪੂਰੀ, ਜਿਹਨੂੰ ਮਹਾਰਾਜ ਬੜਾ ਪਿਆਰ ਕਰਦੇ ਸਨ, ਉਹਦੇ ਕਿਸ ਤਰੀਕੇ ਦੇ ਨਾਲ ਮਹਾਰਾਜ ਨੇ ਵਸਾਈ ਆਨੰਦਵਾਨ ਦੀ ਪੂਰੀ। ਗੁਰੂ ਤੇਗ ਬਹਾਦਰ ਜੀ ਨੇ ਵਸਾਈ, ਫਿਰ ਉਹਦੇ ਵਿੱਚ ਕਿਲੇ ਗੁਰੂ ਕਲਗੀਧਰ ਜੀ ਨੇ ਬਣਾਏ, ਆਪ ਰਹੇ। ਐਸੀ ਭਾਗਾਂ ਵਾਲੀ ਨਗਰੀ ਕਿ ਜਦੋਂ ਗੁਰੂ ਕਲਗੀਧਰ ਮਹਾਰਾਜ ਜੀ ਆਨੰਦਪੁਰ ਦਾ ਕਿਲਾ ਛੱਡਣਾ ਸੀ ਨਾ, ਜਿਸ ਦਿਨ ਮਹਾਰਾਜ ਨੇ, ਇਤਿਹਾਸ ਨੂੰ ਪੜ੍ਹਦੇ ਹੋ ਜਦੋਂ, ਤੇ ਗੁਰੂ ਕਲਗੀਧਰ ਮਹਾਰਾਜ ਨੇ 6 ਪੋਹ ਦਾ ਦਿਨ ਸੀ, ਅੱਗੇ 7 ਪੋਹ ਤੇ 6 ਪੋਹ ਦੀ ਦਰਮਿਆਨੀ ਰਾਤ ਸੀ। ਉਦੋਂ ਆਨੰਦਪੁਰ ਪੂਰੇ ਦਾ ਪੂਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੱਕਰ ਲਾਇਆ ਸੀ, ਪੂਰੇ ਆਨੰਦਪੁਰ ਦਾ ਚੱਕਰ ਲਾਇਆ ਸੀ। ਤੇ ਜਿਸ ਜਗ੍ਹਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਸੰਸਕਾਰ ਹੋਇਆ ਸੀ, ਸੀਸਗੰਜ ਸਾਹਿਬ ਗੁਰਦੁਆਰਾ ਹੈ, ਉੱਥੇ ਜਾ ਕੇ ਦਸ਼ਮੇਸ਼ ਪਿਤਾ ਨੇ ਅਰਦਾਸ ਕੀਤੀ। ਉਸ ਤੋਂ ਬਾਅਦ ਵਚਨ ਕੀਤਾ ਸੀ ਕਿ ਕੋਈ ਐਸਾ ਗੁਰੂ ਕਾ ਸਿੱਖ ਹੋਏਗਾ ਜੋ ਇਸ ਸਥਾਨ ਦੀ ਸੇਵਾ ਕਰੇਗਾ। ਤੇ ਉੱਥੇ ਸਿੱਖ ਮਹਾਰਾਜ ਨੂੰ ਛੱਡਣਾ ਨਹੀਂ ਸੀ ਚਾਹੁੰਦੇ, ਗੁਰੂ ਜੀ ਤੋਂ ਵੱਖ ਹੋਣਾ ਨਹੀਂ ਸੀ ਚਾਹੁੰਦੇ। ਉੱਥੇ ਫਿਰ ਇੱਕ ਗੁਰਬਖਸ਼ ਨਾਂ ਦਾ ਸਾਧੂ ਮਹਾਤਮਾ
ਉਹਨੇ ਮਹਾਰਾਜ ਨੂੰ ਆਖਿਆ ਸੀ ਸੱਚੇ ਪਾਤਸ਼ਾਹ ਮੈਂ ਸੇਵਾ ਸੰਭਾਲ ਕਰਾਂਗਾ। ਮਹਾਰਾਜ ਨੂੰ ਨੇ ਆਖਿਆ ਸੀ ਸੱਚੇ ਪਾਤਸ਼ਾਹ ਮੈਂ ਸੇਵਾ ਤਾਂ ਕਰਾਂਗਾ ਜੀ, ਪਰ ਮੈਨੂੰ ਕਿਤੇ ਇਹ ਪਹਾੜੀਏ ਜਾਂ ਮੁਗਲ ਮਾਰ ਨਾ ਦੇਣ। ਮਹਾਰਾਜ ਕਹਿੰਦੇ ਤੇਰੇ ਵਾਲ ਨੂੰ ਵੀ ਹਿਲਾ ਨਹੀਂ ਸਕਦੇ, ਤੇਰਾ ਵਾਲ ਵਿੰਗਾ ਨਹੀਂ ਹੋ ਸਕਦਾ, ਤੂੰ ਫਿਕਰ ਨਾ ਕਰ, ਪਰਵਾਹ ਨਾ ਕਰ, ਤੇਰਾ ਰੁਜ਼ਗਾਰ ਸਭ ਇੱਥੇ ਚੱਲੂਗਾ। ਆਨੰਦਾਂ ਦੀ ਪੁਰੀ ਨੂੰ ਮਹਾਰਾਜ ਇੰਨਾ ਪਿਆਰ ਕਰਦੇ ਸੀ ਔਰ ਉੱਥੇ ਸੁੱਖ ਵੀ ਬੜੇ ਸਨ। ਪਰ ਜਦੋਂ ਛੱਡਣਾ ਪਿਆ ਮਹਾਰਾਜ ਨੇ, ਕੋਈ ਹੋਰ ਬੰਦਾ, ਜੇ ਆਮ ਬੰਦੇ ਦੀ ਗੱਲ ਕਰੀਏ ਤੇ ਆਮ ਬੰਦਾ ਤੇ ਕੋਈ ਛੋਟੀ ਜੀ ਗੱਲ ਹੋ ਜਾਏ ਚੀਕਾਂ ਮਾਰਦਾ, ਥੋੜੀ ਜੀ ਗੱਲ ਹੋ ਜਾਏ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਐਂ ਛੱਡ ਦਿੱਤਾ। ਆਨੰਦਾਂ ਦੀ ਪੁਰੀ ਨੂੰ ਛੱਡ ਕੇ ਸਦਾ ਦੇ ਲਈ ਚਲੇ ਗਏ। ਇਹ ਤੇ ਚਲੋ ਬਾਅਦ ਵਿੱਚ ਕਵੀਆਂ ਨੇ ਛੱਡ ਚੱਲਿਆ ਆਨੰਦਪੁਰੀਏ, ਮੁੜ ਕੇ ਫੇਰ ਕਦੇ ਨਹੀਂ ਆਉਣਾ, ਆਹ ਭਾਵੇਂ ਇਮੋਸ਼ਨ ਜਾਂ ਕਰਨ ਦੇ ਲਈ ਇੱਦਾਂ ਦੀਆਂ ਬਣਾ ਲਈਆਂ ਕਵਿਤਾਵਾਂ। ਕਵੀ ਦੀ ਇੱਕ ਜਿਹੜੀ ਪ੍ਰਵਾਜ਼ ਹੁੰਦੀ ਚੰਗੀ ਵੀ ਹੁੰਦੀ ਹੈ ਉਹਦੇ ਨਾਲ ਮਨ। ਪਰ ਗੁਰੂ ਕਲਗੀਧਰ ਮਹਾਰਾਜ ਨੇ ਤਾਂ ਨਹੀਂ ਮੁੜੇ ਇਹ ਗੱਲ ਕਦੇ ਜ਼ਿਕਰ ਕੀਤਾ, ਮੁੜ ਕੇ ਆਉਣਾ ਨਹੀਂ ਜਾਂ ਉਹ ਨਹੀਂ, ਚਲੇ ਗਏ। ਆਨੰਦਾਂ ਦੀ ਪੁਰੀ ਦੇ ਵਿੱਚ ਕਲਗੀਧਰ ਮਹਾਰਾਜ ਦੇ 3 ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ ਪਾਉਂਟਾ ਸਾਹਿਬ ਦੀ ਧਰਤੀ ਦਾ, ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਗੁਰੂ ਕਲਗੀਧਰ ਮਹਾਰਾਜ ਗਏ ਉੱਥੇ ਗਏ ਤੇ 3 ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਮਾਤਾ ਸੁੰਦਰੀ ਜੀ ਤੋਂ ਕੁੱਖੋਂ ਵੱਡਾ ਸਾਹਿਬਜ਼ਾਦਾ ਜਿਹਨਾਂ ਬਾਬਾ ਅਜੀਤ ਸਿੰਘ ਜੀ, ਮਾਤਾ ਸੁੰਦਰੀ ਦੀ ਕੁੱਖੋਂ ਉਹਨਾਂ ਦਾ ਜਨਮ ਹੈ। ਹਾਲਾਂਕਿ ਵੱਡੇ ਮਾਤਾ ਜੀਤਾ ਜੀ ਸਨ, ਪਰ ਔਰ 3 ਛੋਟੇ ਸਾਹਿਬਜ਼ਾਦੇ ਮਾਤਾ ਜੀਤਾ ਜੀ ਦੀ ਕੁੱਖੋਂ ਉਹਨਾਂ ਦਾ ਜਨਮ ਹੋਇਆ। ਤੇ ਇਤਨੀ ਵੱਡੀ ਬਖਸ਼ਿਸ਼ ਸੀ ਮਾਤਾ ਜੀਤਾ ਜੀ ਦੇ ਉੱਤੇ, ਦਸ਼ਮੇਸ਼ ਪਿਤਾ ਜੀ ਦੀ। ਗੁਰੂ ਕਲਗੀਧਰ ਮਹਾਰਾਜ ਤੋਂ ਬਹੁਤ ਸਿਮਰਨੀਆਂ ਜੁਗਤਾਂ ਪੁੱਛਦੇ ਹੁੰਦੇ ਸਨ। ਇਤਿਹਾਸ ਮੈਨੂੰ ਬਾਰ-ਬਾਰ ਇਹ ਕਹਿਣਾ ਪੈਂਦਾ ਵੀ ਇਤਿਹਾਸ ਪੜ੍ਹੋਗੇ, ਇਤਿਹਾਸ ਪੜ੍ਹੋਗੇ। ਇਹ ਸਟੇਜ ਤੇ ਚਲੋ ਹੈ ਹੀ ਗੁਣੀ ਜਨ ਵਿਦਵਾਨਾਂ ਦੀ ਹੈ, ਮਹਾਰਾਜ ਦੀ ਕਿਰਪਾ ਇੱਥੇ ਸਾਰੇ ਸਿੰਘ ਪੜ੍ਹਿਆ, ਪਰ ਆਮ ਤੌਰ ਤੇ ਅਸੀਂ ਪੜ੍ਹਦੇ ਨਹੀਂ ਸਾਧ ਸੰਗਤ, ਤਾਂ ਸਾਨੂੰ ਕੋਈ ਨਾ ਕੋਈ ਜੋ ਜਿਹਦੇ ਮੂੰਹ ਚ ਆਉਂਦਾ ਕਹਿ ਕੇ ਚਲਾ ਜਾਂਦਾ। ਫਿਰ ਇਹ ਗੱਲ ਕਹਿਣੀ ਵੀ ਨਹੀਂ ਬਣਦੀ। ਕਈ ਲੋਕਾਂ ਦੇ ਸਵਾਲ ਇੱਦਾਂ ਕਮੈਂਟ ਆਉਣਗੇ ਜੀ ਦੁਬਿਧਾ ਖੜੀ ਕਰਤੀ, ਦੁਬਿਧਾ ਖੜੀ ਉਹ ਤਾਂ ਹੁੰਦੀ ਜਦੋਂ ਤੁਹਾਨੂੰ ਪਤਾ ਨਹੀਂ ਕਿਸੇ ਚੀਜ਼ ਦਾ। ਜਦੋਂ ਤੁਹਾਨੂੰ ਪਤਾ ਹੋਵੇ ਤੇ ਤੁਹਾਨੂੰ ਨਾਲ ਦੀ ਨਾਲ ਤੁਸੀਂ ਗੱਲ ਕਰ ਦਿਓਗੇ ਇਹ ਗਲਤ ਹੈ, ਦੁਬਿਧਾ ਨਹੀਂ, ਆ ਫਲਾਣਾ ਬੰਦਾ ਗਲਤ ਹੈ, ਗੱਲ ਤੇ ਉਹੀ ਠੀਕ ਹੈ ਜਿਹੜੀ ਆਹ ਹੈ। ਦੁਬਿਧਾ ਤੇ ਤਾਂ ਹੁੰਦੀ ਹੈ ਜੇ 2 ਪੱਖ ਬਰਾਬਰ ਸਹੀ ਹੋਣ। ਦੁਬਿਧਾ ਉੱਥੇ ਖੜੀ ਹੁੰਦੀ ਜਦੋਂ ਸਾਨੂੰ ਕਿਸੇ ਗੱਲ ਦੀ ਪਤਾ ਨਾ ਹੋਵੇ, ਕਲੀਅਰੈਂਸ ਨਾ ਹੋਵੇ ਕਿ ਇਹ ਗੱਲ ਠੀਕ ਹੈ, ਕਿ ਆਹ ਗੱਲ ਠੀਕ ਹੈ। ਪਰ ਜੇ ਜਾਣਕਾਰੀ ਹੋਵੇ ਫਿਰ ਨਹੀਂ ਹੁੰਦੀ, ਫਿਰ ਤਾਂ ਉਹਦੀ ਨਾਲ ਦੀ ਨਾਲ। ਤਾਂ ਮੈਂ ਕਹਿਣਾ ਪੜ੍ਹਿਆ ਕਰੋ। ਜਦੋਂ ਹੁਣ ਪੜ੍ਹੋਗੇ ਤੇ ਪਤਾ ਲੱਗੇਗਾ ਕਿ ਮਾਤਾ ਜੀਤਾ ਜੀ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਤੋਂ ਕਿੰਨਾ ਸਮਾਂ ਲੈ ਕੇ ਬੰਦਗੀ ਦੇ ਲਈ ਸਿਮਰਨ ਦੀਆਂ ਜੁਗਤਾਂ ਪੁੱਛਦੇ ਰਹਿੰਦੇ। ਤੇ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਸਰੀਰ ਛੱਡਣ ਤੋਂ ਪਹਿਲਾਂ ਮਹਾਰਾਜ ਕੋਲ ਆਏ ਸਨ। ਆਨੰਦਾਂ ਦੀ ਪੁਰੀ ਦੀ ਉਹ ਗੱਲ ਹੈ, ਅਨੰਦਪੁਰ ਸਾਹਿਬ ਦੀ ਧਰਤੀ ਤੇ ਸਰੀਰ ਛੱਡਣ ਤੋਂ ਪਹਿਲਾਂ ਮਹਾਰਾਜ ਕੋਲ ਆਏ, ਬੈਠ ਗਏ, ਕਿੰਨਾ ਸਮੇਂ ਬੈਠੇ ਰਹੇ ਤੇ ਫਿਰ ਮਹਾਰਾਜ ਨੇ ਆਖਿਆ ਕੀ ਗੱਲ ਹੈ, ਦੱਸੋ ਕਿਵੇਂ ਆਉਣੇ ਹੋਏ। ਉਹਨਾਂ ਆਖਿਆ ਜੀ ਮੇਰਾ ਜਾਣ ਦਾ ਵੇਲਾ ਆ ਗਿਆ। ਮਹਾਰਾਜ ਜੀ ਕਹਿੰਦੇ ਕਿੱਦਾਂ? ਉਹਨਾਂ ਦੱਸਿਆ ਜੀ ਦਿਖ ਰਿਹਾ ਮੈਨੂੰ ਸਭ ਕੁਝ, ਜੋ ਕੁਝ ਹੋਣਾ ਉਹ ਵੀ ਦਿਖ ਰਿਹਾ ਹੈ, ਪਰ ਸਮਾਂ ਆ ਗਿਆ ਮੇਰਾ, ਹੁਣ ਜਾਣਾ ਪਏਗਾ। ਗੁਰੂ ਕਲਗੀਧਰ ਜੀ ਨੇ ਜਿਹੜੇ ਬੋਲ ਆਖੇ ਮਾਤਾ ਜੀਤਾ ਜੀ ਨੂੰ, ਤੁਸੀਂ ਸਮੇਂ ਤੋਂ ਮੌਤ ਤੋਂ ਪਰੇ ਹੋ, ਤੁਹਾਨੂੰ ਸਮਾਂ ਕੁਝ ਨਹੀਂ ਕਰ ਸਕਦਾ, ਤੁਹਾਨੂੰ ਤੁਸੀਂ ਸਮੇਂ ਵਿੱਚ ਨਹੀਂ, ਤੁਸੀਂ ਚਾਹੋ ਰਹਿ ਲਓ, ਤੁਸੀਂ ਚਾਹੋ ਚਲੇ ਜਾਓ, ਇਹ ਤੁਹਾਡੇ ਵਸ ਵਿੱਚ ਹੈ। ਕਿਸੇ ਮੌਤ ਦੀ ਕੋਈ ਤਾਕਤ ਨਹੀਂ ਕਿ ਤੁਹਾਨੂੰ ਆ ਕੇ ਆਖ ਦੇ ਕਿ ਚਲੋ ਚੱਲੀਏ। ਆਮ ਬੰਦੇ ਉਹ ਹੁੰਦੇ ਜਿਨ੍ਹਾਂ ਨੂੰ ਜਦੋਂ ਹੁਕਮ ਆ ਗਿਆ ਤੇ ਜਾਣਾ ਪਏਗਾ। ਇਹ ਕੁਝ ਖਾਸ ਨੇ, ਇਹ ਹਰ ਕੇ ਸੇਵਕ ਨੇ, ਇਹਨਾਂ ਦੀਆਂ ਗੱਲਾਂ ਹੀ ਹੋਰ ਨੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਹੈ, ਵੱਖਰੀ ਹੈ। ਤੇ ਉਹਨਾਂ ਫਿਰ ਮਹਾਰਾਜ ਤੋਂ ਆਗਿਆ ਲਈ ਸੱਚਖੰਡ ਗਏ ਸਨ ਤੇ ਮਹਾਰਾਜ ਨੇ ਆਪ ਅਗੰਮਪੁਰ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਸੀ। ਆਨੰਦਾਂ ਦੀ ਪੁਰੀ ਐਸੀ ਸੀ, ਮਹਾਰਾਜ ਜੀ ਕਿੰਨਾ ਪਿਆਰ ਕਰਦੇ ਸਨ।
ਖਾਲਸਾ ਪੰਥ ਸਾਜਿਆ ਮਹਾਰਾਜ ਨੇ। ਸੀਸ ਮੰਗੇ ਸਿੰਘਾਂ ਤੋਂ, ਸਿਰ ਲੈ ਕੇ ਸਿੰਘ ਹਾਜ਼ਰ ਹੋ ਗਏ ਮਹਾਰਾਜ ਦੇ ਅੱਗੇ। ਦਸਮੇਸ਼ ਪਿਤਾ ਕਲਗੀਧਰ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ, ਖਾਲਸਾ ਪੰਥ ਸਾਜਿਆ। ਉਹ ਖੰਡਾ ਅੱਜ ਵੀ ਕੇਸਗੜ੍ਹ ਸਾਹਿਬ ਸੁਭਾਏਮਾਨ ਹੈ, ਜਿਸ ਨਾਲ ਦਸਮੇਸ਼ ਪਿਤਾ ਜੀ ਨੇ ਸੀਸ ਮੰਗ ਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਦਸਮੇਸ਼ ਪਿਤਾ ਕਲਗੀਧਰ ਜੀ ਨੇ। ਉਹੀ ਆਨੰਦਾਂ ਦੀ ਪੁਰੀ ਹੈ। ਜਦੋਂ ਪੰਜਾਂ ਪਿਆਰ, ਇੱਕ ਮੈਂ ਤੁਹਾਨੂੰ ਦੱਸ ਦੇਵਾਂ, ਮੇਰੇ ਮਨ ਵਿੱਚ ਆਇਆ ਕਿ ਜਿੰਨਾ ਹੋ ਸਕੇ ਤੁਹਾਨੂੰ ਦੱਸ ਦੇਵਾਂ ਕਲਗੀਧਰ ਜੀ ਦਾ ਇਤਿਹਾਸ। ਵੈਸੇ ਤਾਂ ਤੁਹਾਨੂੰ ਬਹੁਤ ਪਤਾ, ਸੁਣਦੇ ਹਾਂ, ਪਰ ਮੈਂ ਪਹਿਲਾਂ ਹੀ ਇਹ ਗੱਲ ਦੱਸ ਦਿੱਤੀ ਕਿ ਮੁੱਕਣਾ ਨਹੀਂ ਕਦੇ, ਸਾਰੀ ਜ਼ਿੰਦਗੀ ਸੁਣੀ ਜਾਓ। ਇੰਨਾ ਇਤਿਹਾਸ ਹੈ। ਮੈਂ ਕਈ ਸਾਲ ਹੋ ਗਏ ਮੈਨੂੰ ਇਸ ਰਾਹ ਦੇ ਉੱਤੇ, 7 ਸਾਲ ਲਗਭਗ ਕੇਸਗੜ੍ਹ ਸਾਹਿਬ ਹੋ ਗਏ। ਉਦੋਂ ਪਹਿਲਾਂ 2-2.5 ਸਾਲ ਪਟਨਾ ਸਾਹਿਬ ਸੇਵਾ ਮਹਾਰਾਜ ਨੇ ਲਈ, ਹੋਰ ਕਈ ਥਾਵਾਂ ਦੇ ਉੱਤੇ ਸੇਵਾਵਾਂ ਕੀਤੀਆਂ। ਪਹਿਲਾਂ ਪੜ੍ਹਦੇ ਰਹੇ ਸੰਪਰਦਾਵਾਂ ਦੇ ਅੰਦਰ ਮਹਾਂਪੁਰਸ਼ਾਂ ਕੋਲ, ਕਿੰਨੇ ਹੀ ਸਾਲ ਲੰਘ ਗਏ। ਪਰ ਕਈ ਵਾਰ ਮੈਂ ਹੁਣ ਪੜ੍ਹਦਾ ਤੇ ਮੈਂ ਅਚੰਭੇ 'ਚ ਚਲਾ ਜਾਂਦਾ ਵੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ। ਅੱਜ ਵੀ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਸਭ ਕੁਝ ਆ ਗਿਆ। ਝੂਠੇ ਹੈ, ਫਰੇਬੀ ਹੈ ਜਿਹੜੇ ਕਹਿੰਦੇ ਸਾਨੂੰ ਸਭ ਗਿਆਨ ਆ ਗਿਆ। ਨਾ, ਗੁਰੂ ਬਾਬੇ ਦੀਆਂ ਬਾਤਾਂ, ਗੁਰੂ ਪਾਤਸ਼ਾਹ ਦਾ ਇਤਿਹਾਸ, ਉਹਨਾਂ ਦਾ ਜੀਵਨ ਅਥਾਹ ਸਾਧ ਸੰਗਤ। ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਅੰਤ ਪਾ ਲਿਆ। ਉਹ ਬੰਦਾ ਭੁਲੇਖੇ 'ਚ ਹੈ, ਬੇਸਮਝੀ ਵਿੱਚ ਹੈ, ਜਿਹੜਾ ਇਹ ਗੱਲ ਆਖੇ ਕਿ ਮੈਨੂੰ ਸਭ ਕੁਝ ਪਤਾ ਲੱਗ ਗਿਆ। ਇਸ ਲਈ ਮੁੱਕਣਾ ਤੇ ਹੈ ਨਹੀਂ, ਆਨੰਦ ਲਈਏ। ਤੇ ਦਸਮੇਸ਼ ਪਿਤਾ ਕਲਗੀਧਰ ਮਹਾਰਾਜ ਨੇ ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾ ਕੇ ਰਹਿਤ ਦੱਸੀ। ਪੰਜਾਂ ਨੂੰ ਜਦੋਂ ਰਹਿਤ ਦੱਸੀ, ਪੰਜਾਂ ਨੂੰ ਰਹਿਤ ਦੱਸਣ ਤੋਂ ਬਾਅਦ ਪੰਜਾਂ ਤੋਂ ਕਲਗੀਧਰ ਜੀ ਨੇ ਆਪ ਅੰਮ੍ਰਿਤ ਮੰਗਿਆ। ਫਿਰ ਮੁੜ ਜਦੋਂ ਅੰਮ੍ਰਿਤ ਮੰਗਿਆ ਨਾ ਜੀ, ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਤੋਂ ਦਸਮੇਸ਼ ਜੀ ਨੇ ਲਈ। ਦਸਮੇਸ਼ ਜੀ ਨੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ। ਪੰਜਾਂ ਪਿਆਰਿਆਂ ਨੇ ਗੁਰੂ ਕਲਗੀਧਰ ਨੂੰ ਜਿਹੜੀ ਰਹਿਤ ਦੱਸਣੀ ਚਾਹੀ, ਉਹਦੇ 'ਚ ਗੱਲ ਜਿਹੜੀ ਕੀਤੀ ਉਹ ਵੀ ਸੁਣ ਲੈਣ ਵਾਲੀ ਹੈ। ਗੁਰਬਿਲਾਸ ਵਿੱਚ ਆਉਂਦੀ ਹੈ ਇਹ ਗੱਲ। ਦਸਮੇਸ਼ ਪਿਤਾ ਕਲਗੀਧਰ ਮਹਾਰਾਜ ਨੂੰ ਪੰਜਾਂ ਪਿਆਰਿਆਂ ਨੇ ਆਖਿਆ ਕਿ ਮਹਾਰਾਜ ਜੀ, ਬਾਕੀ ਦੀਆਂ ਰਹਿਤਾਂ ਜੋ ਤੁਸੀਂ ਸਾਨੂੰ ਦਸੀਆਂ ਨੇ ਸਾਰੀਆਂ ਤੁਹਾਡੇ ਉੱਤੇ ਹੂ-ਬਹੂ ਲਾਗੂ ਹੋਣਗੀਆਂ, ਪਰ ਇੱਕ ਰਹਿਤ ਤੁਹਾਡੇ ਉੱਤੇ ਵੱਧ ਹੋਏਗੀ। ਇੱਕ ਰਹਿਤ ਤੁਹਾਡੇ ਉੱਤੇ ਵੱਧ ਹੋਏਗੀ। ਮਹਾਰਾਜ ਕਹਿੰਦੇ ਕਿਹੜੀ? ਕਹਿੰਦੇ ਜੀ ਉਹ ਰਹਿਤ ਇਹ ਵੱਧ ਹੋਏਗੀ, ਤੁਸੀਂ ਆਪਣੇ ਖਾਲਸੇ ਨੂੰ ਕਦੇ ਇਕੱਲਾ ਨਹੀਂ ਛੱਡਣਾ ਕਿਤੇ। ਤੇ ਗੁਰੂ ਕਲਗੀਧਰ ਮਹਾਰਾਜ ਨੇ ਬਚਨ ਕੀਤੇ ਕਿ ਮੇਰਾ ਖਾਲਸਾ ਜਿੱਥੇ ਵੀ ਹੋਏਗਾ ਮੈਂ ਉਹਦੇ ਨਾਲ ਹੋਵਾਂਗਾ। ਔਰ ਉਹਨਾਂ ਦੇ ਬਚਨ ਵੀ ਹੈ, ਹਉ ਖਾਲਸੇ ਕਾ ਖਾਲਸਾ ਮੇਰਾ, ਓਤ ਪੋਤ ਸਾਗਰ ਬੁੰਦੇਰਾ। ਇੱਥੇ ਤੱਕ ਵੀ ਉਹਨਾਂ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਪਰ ਸਾਧ ਸੰਗਤ ਇੱਕ ਗੱਲ ਕਹਿ ਦੇਵਾਂ, ਤੁਸੀਂ ਘਰ ਲੈਂਦੇ ਨਾ, ਕਮਰਾ ਕਿਰਾਏ ਤੇ ਲੈਂਦੇ, ਕਿਤੇ ਰੈਂਟ ਤੇ ਲੈਂਦੇ, ਕਮ ਸੇ ਕਮ ਇਹ ਦੇਖਦੇ ਵੀ ਇਹ ਘਰ ਜਿਹੜਾ ਮੈਂ ਲੈਣ ਲੱਗਿਆ ਸਾਫ ਸੁਥਰਾ ਹੈ। ਜੇ ਕੋਈ ਬੰਦਾ ਤੁਸੀਂ ਰੂਮ ਰੈਂਟ ਤੇ ਲੈਣਾ ਹੋਵੇ ਜਾਂ ਦੇਣਾ ਹੋਵੇ, ਤੁਸੀਂ ਫਰਜ਼ ਕਰੋ ਦੇਣਾ ਹੀ ਹੈ ਕਿਸੇ ਨੂੰ, ਤੇ ਤੁਸੀਂ ਅਗਲੇ ਨੂੰ ਆਖੋ ਜੀ ਇਹ ਦੇਣਾ ਤੇ ਮੈਂ ਤੁਹਾਨੂੰ ਹੈ, ਪਰ ਮੇਰੇ ਜੂਠੇ ਬਰਤਨ ਵੀ ਇੱਥੇ ਪਏ ਹੋਣਗੇ, ਮੇਰੀਆਂ ਇੱਥੇ ਅਲਮਾਰੀਆਂ ਵੀ ਇੱਥੇ ਪਈਆਂ ਹੋਣਗੀਆਂ, ਮੇਰੇ ਟੁੱਟੇ ਫੁੱਟੇ ਛਿੱਤਰ ਵੀ ਇੱਥੇ ਪਏ ਹੋਣਗੇ, ਮੇਰਾ ਆਹ ਵੀ ਪਿਆ ਰਹੇਗਾ, ਉਹ ਵੀ। ਘਰ ਵਾਲਾ ਘਰ ਜਿਹੜਾ ਲੈਣਾ ਚਾਹੇਗਾ, ਵਾਸ ਕਰਨਾ ਚਾਹੇਗਾ, ਉੱਥੇ ਰਹੇਗਾ? ਕਦੇ ਵੀ ਨਹੀਂ। ਅਗਲਾ ਕਹੂਗਾ ਫਿਰ ਤੂੰ ਹੀ ਸਾਂਭ ਕੇ ਰੱਖ, ਮੈਨੂੰ ਕਾਹਨੂੰ ਦੇਣੇ, ਤੇਰਾ ਹੀ ਹੋਇਆ ਜਦ ਸਮਾਨ ਤੇਰਾ ਪਿਆ। ਹੁਣ ਅਸੀਂ ਆਮ ਤੌਰ ਤੇ ਇਹ ਗੱਲ ਕਹਿ ਜ਼ਰੂਰ ਲੈਂਦੇ ਹਾਂ ਵੀ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਪਰ ਉਹ ਨਿਵਾਸ ਕਰਨਾ ਚਾਹੁੰਦੇ, ਅਸੀਂ ਕਰਨ ਨਹੀਂ ਦਿੰਦੇ। ਅਸੀਂ ਤਾਂ ਉੱਥੇ ਆਪਣੀ ਮੱਤ, ਮਨ ਮੱਤ, ਖੋਟੀਆਂ ਮੱਤਾਂ, ਉੱਥੇ ਸ਼ਰਾਬਾਂ ਕਬਾਬਾਂ ਸਭ ਕੁਝ ਉੱਥੇ ਹੀ ਰੱਖੀ ਫਿਰਦੇ, ਨਿੰਦਿਆ ਚੁਗਲੀ ਅੰਦਰ ਤੇ ਢੇਰ ਲੱਗੇ ਪਏ ਆ, ਅੰਦਰ ਤੇ ਐ ਕਹਿ ਲੋ ਕਿ ਭਰਿਆ ਪਿਆ, ਬਦਬੂਦਾਰ ਹੋਇਆ ਪਿਆ। ਤੇ ਫਿਰ ਅਸੀਂ ਕਹਾਂਗੇ ਕਲਗੀਧਰ ਦਾ ਦਸਮੇਸ਼ ਜੀ ਦਾ ਵਾਸਾ ਹੋ ਜਾਏ, ਫਿਰ ਨਹੀਂ ਹੋਣਾ। ਨਿਆਰਾਪਨ ਵੀ ਰੱਖਣਾ ਪਏਗਾ। ਬਚਨ ਉਸੇ ਸ਼ਬਦ ਵਿੱਚ ਉਹਨਾਂ ਆਖਿਆ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ।
जब यह गह विप्रन की रीत, मैं न करो इनकी प्रतीत। बाजां वाले पातशाह जी ने उत्थे वचन कीता कि मैं इन्हां दे नाल रवांगा और निभाया भी अपने। जिंदगी दे विच बहुत कुछ होया, पर उन्होंने भला ही लोचिया सत्संग। बहुत बंदे जिंदगी चाहे बहुत थिड़क भी गए, बहुत खुशियां माणियां, बड़े औखे राह भी महाराज नूं देखने पे। इतिहास गवाह है माछीवाड़े का जिहड़ा जंगल सी, वो दास्तान अनोखी है। जे महाराज दमदमा साहब जाते हैं, दमदमा साहब का इतिहास भी अनोखा है। बड़ा कुछ उन्हें अपनी जिंदगी चो, भाई वीर सिंह जो गुरप्रताप की कथा आती, वो थले एक नोट दिंदे आ, एक सफ़े का पूरा। जदों भाई डल्ले की गल करते हैं, कहते देखो वाह वाह कैसा जीवन है उन्होंने, कि जिहड़े बहुत प्यार करते सी, बहुत प्यार करते सी, वो भी राह चों महाराज तो विछड़ गए, छड़ गए राह। पर गुरु कलगीधर महाराज कैसे हो, बिल्कुल अपने आसे नूं, अपने निशाने नूं सीधे वगदे गए। भावें सारे नाल होण, भावें कोई भी नाल ना होवे, गुरु महाराज जी अपने राह ते आप चलते रहे। कदों आउंदा है, जदों गुरु कलगीधर महाराज का इतिहास चलदा दमदमा साहब का। जदों तलवंडी साबो का पहला नाम है, दमदमा साहब भी आउंदा है गुरप्रताप दे विच इतिहास विच। ते जदों कलगीधर जी उत्थे गए है तो उन्हें बड़ी सेवा की महाराज जी, बहुत भावना नाल उन्हें सेवा की। सेवा दशमेश जी की बहुत की। सूबेदार सरहंद नूं जदों पता लगा वजीर खान कि गुरु गोबिंद सिंह जी उत्थे गए है तलवंडी साबो, उन्हें लिख भेजा भाई डल्ले ने कि डलिया गुरु गोबिंद सिंह महाराज नूं साडे हवाले कर दे ते चंगा होएगा। 2 बार चिट्ठी आई डल्ले कोल, ते महाराज ने एक सिंह भेजा सी भी जा पता कर देख डल्ला की उत्तर दिंदा है। डल्ले ने अपने बराड़ा दे विच बैठ के चिट्ठी सुनी, आप लिखवाई। एक सिंह ने महाराज नूं दस्सिया भी, उन्हें लिखिया जदों उन्हें आख्या सी जे तू ये गल मन लवें गुरु गोबिंद सिंह नूं साडे हवाले कर दें ते तैनूं होर भी बहुत कुछ दिता जाएगा, ते नहीं ते तेरी खैर नहीं डलिया। चंगा होए तो गुरु गोबिंद सिंह नूं साडे हवाले कर दे। ते भाई डल्ले ने ये लिखिया सी 2वें वार कि तुसी जिवें अपने पीरां नूं मुर्शदां नूं पूजदे हो, ये साडे पीर ने मुर्शद ने साडे जिंद दे साडी जान दे मालक हन, साडी जिंदगी इन्हां दी है। जे तैनूं गुरु गोबिंद सिंह महाराज नूं मिलन का इन्ना ही चाह है, फड़न का, ते तू आ जा, तेरे नाल असीं जरूर 2 हत्थ देखांगे। पर एक गल याद रखी, जिन्ना चिर डल्ले अते डल्ले दे साथियां दे विच साह ने, प्राण ने, उन्ना समा तू गुरु गोबिंद सिंह जी तक नहीं पहुँच सकता। हाँ साडे शरीर शांत हो गए, शरीरां दे उत्तों दी लंघ गया तां कोई गल नहीं, फिर अगे गुरु जाने। ओढ़ ला एडियां एडियां जिन्हें गल्लां कहियां और सच्ची विच ही कहियां, प्यार भी करदा सी। गुरु कलगीधर दशमेश पिता गुरु गोबिंद सिंह महाराज के चरणों को बैठ गया, एक दिन हाथ जोड़ के कहने लगा, कहता दशमेश पिता जी कृपा करो। महाराज कहते डलिया की गल है, की चाहना है, बड़ी सेवा कर रहे हैं तू, दस तेनों की दे दई। कहना महाराज जी होर कुछ नहीं चाहिए, मेरे ते कृपा कर दो, मैनू अपने चरणों च पीढ़ी जिन्नी क थां दे दो, पीढ़ी जिन्नी। महाराज मुस्कुराए तो कहन लगे, कहते तू पीढ़ी जिन्नी थां मंगदा ते अमृत छक लै, थां भी तेरा मैं भी तेरा। उन्हें महाराज सच्चे पातशाह कलगीधर दे कहण उत्ते आप अमृत छकिया, अपने नाल 100 बंदा होर। और भाई वीर सिंह उत्ते भी लिखते, कहते वाह वाह देखो कैसा अनोखा यह समा है, इलाके का चौधरी अपने नाल अपना परिवार अपने 100 साथियों नूं लैके अमृत छक रहा है, किड्डी वड्डी पावत है। अमृत छकिया, सिंह सज गया, पर जिंदगी दे विच
मन का कोई पता है किहड़े वेले एडे एडे बंदे भी एडे एडे सेवादार भी कई बार साध संगत डोल जाते। जदों कलगीधर जी दमदमा साहब की धरती के उत्ते जदों ਸਿੰਘਾਂ ने बेनती की महाराज बाणी के अर्थ पढ़ा दो सुना दो, तो महाराज ने उत्थे फिर पावन बाणी एक ओंकार तो लैके 18-10-20 तक संपूर्ण बाणी उच्चारण की और ਉਹਦੇ अर्थ लिखे लिखवाए भाई मनी सिंह होना दे कोलों ते बाबा दीप सिंह होना नूं सहायक लाया गया लिखाई नाल, होर भी कई सिख सन जो महाराज जी ने टकसाल प्रगट है हमारी काशी का वचन किया। वो सब कुछ होने तो बाद जो इत्थों जाण का महाराज ने वचन किया ना कि अगे जाना है, तो दशमेश पिता ने इन्होंने ਸਿੰਘਾਂ ਨੂੰ आख्या कहते नाल चलो साडे, कई तो मुकर गए। तो भाई डल्ले नूं महाराज ने जो इन्हें अमृत छकिया सी दशमेश पिता जी ने भाई डल्ले नूं एक कड़ा एक जोड़ा दिता सी कंगणा का, किसी सिख ने भेटा किया सी, महाराज ने ਉਹਦੇ ਉੱਤੇ हीरे जड़े हुए सी ते महाराज ने वो जोड़ा इहनूं दे दिता सी, होर भी वस्त्र होर कई चीज़ां दित्तियां सन, ते घर रखियां सन, हुण भी दर्शन कराउंदे दमदमा साहब जांदे, पर वो महाराज दीयां बख्शिशां ने पहन लईआं सन अपने कोल। ते एक महाराज ने इहनूं खंडा दिता सी, खंडा अपने कोल रखदा सी, ते इहनूं भी आख्या डल्लिया तूं साडे नाल चल, ते इह महाराज नूं जवाब तो ना दे सकिया, पर इहदा दिल नहीं सी जाना। महाराज ने आख्या चल नाले, कहना महाराज जे मैं चला गया आ झाड़ ने मेरे इन्हां दा रखवाली कौन करेगा। महाराज कहने लगे वो रखवाले बथेरे आ जाते होंगे, तू झाड़ां दी किहड़ी गल करना, तैनूं दिल्ली दा राज देंगे। भाई वीर सिंह फिर मैं उन्हां दी गल करदा, वो लिखदे आ गुरु प्रताप दे थल्ले, याद नहीं सारियां गल्लां जद कीतियां ने कथावां, वो लिखते हैं कहते गुरु गोबिंद सिंह महाराज ने भाई डल्ले नूं बहुत प्रेरिया। डर असल गल ये सी जो काम गुरु गोबिंद सिंह ने बाबा बंदा सिंह बहादुर तो कराया, वो काम ये तो कराउणा चाहुंदे सन महाराज, पर ये पैर पिछे खिंच गया, बख्शिशां करनियां चाहुंदे सन। और ऐसा इतिहास च लिखिया मिलता है कि गुरु गोबिंद सिंह जी ने इहनूं 3-4 बार आख्या फिक्र ना कर, तू आ झाड़ां की गल करना, झाड़ इत्थे रहने किधरे नहीं जाने, तेनों दिल्ली के तख्त पर बिठावांगे। और दिल्ली का तख्त देना किड्डी गल सी। जदों औरंगजेब मरिया सी, तारा आजम ते बहादुर शाह मुअज्जमे का नाम सी पहला, इन्हां दी आपस में जदों जंग हुई, तारा आजम सी जिहड़ा तख्त ते बैठ गया, शाह मुअज्जम कल्ला रह गया, इन्हें भाई नंद लाल नूं गुरु कलगीधर जी कोल भेजिया सी। महाराज ने आख्या सी इहनूं राज दवा देंगे दिल्ली का तख्त दे सिर ते। कितनी सहज विच किड्डी वड्डी गल कह दित्ती सी महाराज जदों राजपूताने वल गए हुए सन, बगौर तो वापस आ रहे सन, उत्थे भी एक छोटी जी जंग हुई सी, ते महाराज जी ने इउं ही कह दित्ता सी इहनूं राज दवा देंगे। ते जदों महाराज की यह गल आके आखी सी ना भाई नंद लाल ने शाह मुअज्जम नूं कि कलगीधर जी ने आख दित्ता इहनूं राज दवा देंगे, तारा आजम नूं मार देंगे, तख्त ते बैठेगा। उन्हें अगों गल आखी सी अच्छा बिना फौज तो बिना किसी होर तो मैनू किवें राज मिल जाएगा। ते भाई नंद लाल जी की शरधा सी, उन्हें आख्या सी ओए मुअज्जम बेसमझी नादानी ना कर, वो कलगीधर ने, वो गुरु गोबिंद सिंह जी ने, उन्हां दे बचनां दे विच सारियां ताकतां सब बरकतां ने जो कहता हो जाएगा। ते जे एक शाह मुअज्जम नूं कह सकदे आ राज दे सकदे आ ते भाई डल्ले नूं क्यों ना दिंदे। पर भाई डल्ला गुरु जी तो कहण तो पिछे जे आउंदा रहा, पर महाराज नूं नाल लिजांदे रहे खिच के। एक जगह ऐसी भी आई कि गुरु कलगीधर महाराज सच्चे पातशाह जी दशमेश पिता जी लेटे हुए हैं, रात का समय विश्राम कर रहे हैं। भाई डल्ले के मन विच आई कि जाना नहीं, वापस मुड़िए। सामने गुरु जी नूं कहना कह नहीं सी सकता महाराज नूं भी नहीं नहीं, तोड़ के जवाब नहीं सी दे सकता कि मैं जाना ही नहीं जी तुहाडे नाल जो मर्जी कर लो। उन्हें की कीता, गुरु कलगीधर महाराज दे जिथे महाराज सन नाले दाले 2 परिक्रमा कीतियां भाई डल्ले ने रात नूं, ते 2 परिक्रमा कीतियां।
ਤੇ ਕੋਲ ਮਹਾਰਾਜ ਦੇ ਆ ਕੇ ਚੁੱਪ ਚਪੀਤਿਆ ਮਹਾਰਾਜ ਦੀ ਜਿਹੜੀ ਬਖਸ਼ਿਸ਼ ਸੀ। ਮਨ ਦੇਖੋ ਕਿੱਦਾਂ ਦਾ ਹੁੰਦਾ ਸਾਧ ਸੰਗਤ। ਕਦੇ ਮਨ ਦਾ ਭਰੋਸਾ ਨਾ ਕਰੀਏ, ਵਸਾ ਨਾ ਕਰੀਏਗਾ। ਇਹ ਤਾਂ ਹਜ਼ੂਰੀ ਵਿੱਚ ਰਹੀਏ ਔਰ ਬੇਨਤੀਆਂ ਕਰਦੇ ਰਹੀਏ ਆਪਣੇ ਮਾਲਕ ਨੂੰ, ਆਪਣੇ ਪਾਤਸ਼ਾਹ ਨੂੰ, ਸਤਿਗੁਰੂ ਤੁਸੀਂ ਆਪਣੇ ਬਣਾ ਕੇ ਤੁਸੀਂ ਰੱਖ ਲਿਆ ਜੀ, ਤੁਸੀਂ ਬਣਾ ਲਿਓ। ਜਿਵੇਂ ਇੱਕ ਬੱਚਾ ਜਾਂਦਾ ਨਾ ਮੇਲੇ ਵਿੱਚ, ਬਾਪੂ ਕਹਿੰਦਾ ਉਂਗਲ ਫੜ ਕੇ ਰੱਖੀ, ਕਹਿੰਦਾ ਨਾ ਨਾ ਤੂੰ ਬਾਂਹ ਫੜ ਲੈ, ਬਾਪੂ ਤੂੰ ਮੇਰੀ ਬਾਂਹ ਫੜ ਲੈ। ਕਹਿੰਦਾ ਕਿਉਂ? ਕਹਿੰਦਾ ਮੈਂ ਬੱਚਾ, ਮੈਂ ਉਂਗਲ ਛੱਡ ਸਕਦਾ, ਮੈਨੂੰ ਪਤਾ ਮੈਂ ਰੁਲ ਜਾਵਾਂਗਾ, ਪਰ ਜੇ ਤੂੰ ਮੇਰੀ ਬਾਂਹ ਫੜ ਲਈ ਤੂੰ ਨਹੀਂ ਛੱਡਣੀ। ਬਾਪੂ ਨਹੀਂ ਛੱਡਦਾ। ਆਪਣੇ ਬਾਪੂ ਨੂੰ ਕਹਿ ਲਈਏ ਮੇਰੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਤੁਸੀਂ ਤਾਂ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੋ। ਤੁਹਾਡੇ ਆਉਣ ਦਾ ਜ਼ਿਕਰ ਤੁਸੀਂ ਆਪਣੇ ਵਿਚਿੱਤਰ ਨਾਟਕ 'ਚ ਕੀਤਾ ਹੈ। ਅਬ ਮੈਂ ਆਪਣੀ ਕਥਾ ਬਖਾਨਾ ਤਪ ਸਾਧਤ ਚਿਹ ਵਿਦ ਮੁਹਿਆਨੋ, ਪਰ ਜਾਣ ਦਾ ਕਿਤੇ ਜ਼ਿਕਰ ਨਹੀਂ ਕੀਤਾ। ਤੁਸੀਂ ਕਿਤੇ ਨਹੀਂ ਗਏ, ਤੁਸੀਂ ਆਪਣੇ ਖਾਲਸੇ 'ਚੋਂ ਹਮੇਸ਼ਾ ਨਾਲ ਹੋ ਔਰ ਜਾਣਾ ਵੀ ਨਹੀਂ ਤੁਸੀਂ ਕਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤੇ ਹਾਜ਼ਰ ਨਾਜ਼ਰ ਹੋ, ਤੁਸੀਂ ਮੇਰੀ ਬਾਂਹ ਫੜ ਕੇ ਰੱਖਿਓ। ਆਪਣੇ ਗਿਆਨ, ਆਪਣੀ ਅਕਲ, ਆਪਣੀਆਂ ਸਮਝਾਂ ਸੁਮਝਾਂ ਸਭ ਛੱਡ ਕੇ ਰੱਖ ਦੇਈਏ। ਬੜੇ ਅੜਕੇ ਆ ਸਾਡੇ ਅੰਦਰ ਅੜੇ ਹੋਏ ਆ ਕਿੱਲ ਪੂਰੇ, ਪਰ ਆਪਣੇ ਪਿਓ ਅੱਗੇ ਚੁੱਕ ਜਾਈਏ ਤੇ ਸੱਚ ਜਾਣੇ ਜਦ ਦਿਨ ਉਹਨੇ ਬਾਂਹ ਫੜ ਲਈ ਉਦਣ ਫਿਰ ਛੁੱਟਣੀ ਨਹੀਂ, ਜੋ ਮਰਜ਼ੀ ਹੋ ਜਾਏ। ਜਿੱਦਣ ਮਨ ਦਾ ਭਰੋਸਾ ਕੀਤਾ ਉਦਣ ਗਏ ਬਸ। ਭਾਈ ਡੱਲੇ ਨੂੰ ਬੜਾ ਪਿਆਰ ਮਹਾਰਾਜ ਕਰਦੇ ਸਨ, ਇਹ ਵੀ ਕਰਦਾ ਸੀ, ਪਰ ਮਨ ਆ ਗਿਆ, ਮੋਹ ਇੰਨਾ ਆਇਆ, ਪਰਿਵਾਰ ਦਾ ਇੰਨਾ ਜਾਗਿਆ ਕਿ ਪਿੱਛੇ ਨੂੰ ਆ ਗਿਆ। ਅਸਾਂ 2 ਮਿੰਟ ਲਾ ਕੇ ਮੈਂ ਸਮਾਪਤੀ ਕਰਦੇ ਹਾਂ, ਸਮਾਂ ਹੋ ਚੱਲਿਆ। ਤੇ ਇੰਨਾ ਕੁ ਜਾਗਿਆ, ਰਾਤ ਨੂੰ ਅੱਧੀ ਰਾਤ ਮਹਾਰਾਜ ਜੀ ਦੇ ਕੰਗਣ ਆਪਣੇ ਜੋ ਦਿੱਤੇ ਸੀ ਉਹ ਲਾ ਕੇ ਕੋਲ ਰੱਖ ਦਿੱਤੇ ਮਹਾਰਾਜ ਜੀ ਦੇ। ਗੁਰੂ ਕਲਗੀਧਰ ਨੇ ਜੋ ਖੰਡਾ ਦਿੱਤਾ ਸੀ ਸਾਧ ਸੰਗਤ, ਖੰਡਾ, ਉਹ ਖੰਡਾ ਗੁਰੂ ਕਲਗੀਧਰ ਜੀ ਦੇ ਪਾਵੇ ਨਾਲ ਲਾ ਗਿਆ ਮੰਜੇ ਦੇ, ਤੇ ਪ੍ਰਕਰਮਾ ਕਰਕੇ ਦੂਰੋਂ ਹੀ ਮੱਥਾ ਟੇਕ ਕੇ ਚਲ ਗਿਆ। ਇਹ ਸਾਰਾ ਕੁਝ ਜੋ ਕੁਝ ਹੋਇਆ, ਇੱਕ ਬਨੇਵਾ ਫਕੀਰ, ਬੇਨਵਾ ਫਕੀਰ ਇਹ ਦੇਖ ਰਿਹਾ ਸੀ। ਕਲਗੀਧਰ ਜੀ ਸਵੇਰੇ ਜਦ ਉੱਠੇ ਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ, ਆਪਣਾ ਨੇਮ ਪੂਰਾ ਜੋ ਉਹਨਾਂ ਦਾ ਸੀ, ਭਾਵੇਂ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ, ਪਰ ਸਾਡੇ ਲਈ ਉਹ ਫਿਰ ਵੀ ਕਰਦੇ ਸਨ ਕਿ ਕੋਈ ਸਿੱਖ ਨਾ ਆਖ ਦੇਵੇ ਕਿ ਗੁਰੂ ਜੀ ਆਪ ਤੇ ਸਿਮਰਨ ਨਹੀਂ ਕਰਦੇ, ਗੁਰੂ ਜੀ ਆਪ ਤੇ ਚੌਂਕੜਾ ਨਹੀਂ ਲਾਉਂਦੇ, ਗੁਰੂ ਜੀ ਆਪ ਤੇ ਬਾਣੀ ਨਹੀਂ ਪੜ੍ਹਦੇ, ਅਸੀਂ ਕਿਉਂ ਪੜ੍ਹੀਏ। ਤਾਂ ਵੀ ਗੁਰੂ ਜੀ ਤਦੇ ਕਰਦੇ ਸਨ ਉਹਨਾਂ ਨੂੰ, ਹਾਲਾਂਕਿ ਆਪ ਕੋਈ ਲੋੜ ਨਹੀਂ ਸੀ। ਤੇ ਸਾਧ ਸੰਗਤ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਪਣਾ ਨੇਮ ਤੋਂ ਬਾਅਦ ਦੇਖਿਆ ਖੰਡਾ ਕੋਲ ਪਿਆ ਸਭ ਕੁਝ। ਸਭ ਤੋਂ ਪਹਿਲਾਂ ਆਵਾਜ਼ ਮਾਰੀ, ਭਾਈ ਡੱਲੇ ਨੂੰ ਬੁਲਾਓ। ਉਹ ਡੱਲਿਆ ਕਿੱਥੇ ਹੈ? ਉੱਥੇ ਫਿਰ ਉਹਨੇ ਬੇਨਵੇ ਫਕੀਰ ਨੇ ਮਹਾਰਾਜ ਨੂੰ ਆਖਿਆ, ਕਹਿੰਦੇ ਮਹਾਰਾਜ ਨਾ ਡੱਲਾ ਨਾ ਮੱਲਾ, ਗੁਰੂ ਕੱਲਾ। ਨਾ ਡੱਲਾ ਰਿਹਾ, ਨਾ ਕੋਈ ਉਹਦਾ ਮੱਲ ਪਹਿਲਵਾਨ ਰਿਹਾ, ਗੁਰੂ ਕੱਲਾ ਹੀ ਰਹਿ ਗਿਆ। ਗੁਰੂ ਜੀ ਨੇ ਫਿਰ ਹੱਸ ਕੇ ਆਖਿਆ, ਕਹਿੰਦੇ ਗੁਰੂ ਕਦੇ ਨਾ ਕੱਲਾ, ਗੁਰੂ ਨਾਲ ਅੱਲਾ। ਆਪਣੇ ਨਿਸ਼ਚੇ ਦੇ ਉੱਤੇ ਜਿਹੜਾ ਉਹਨਾਂ ਦਾ ਬਚਨ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ, ਉਹਦੇ ਉੱਤੇ ਉਹ ਅੱਗੇ ਨੂੰ ਇਹ ਵੱਧਦੇ ਗਏ। ਐਸੇ ਦਸ਼ਮੇਸ਼ ਪਿਤਾ ਜਿਨ੍ਹਾਂ ਦੀਆਂ ਬਾਤਾਂ ਪਾਈ ਜਾਈਏ ਰਾਸ ਆਈ ਜਾਂਦਾ, ਖੁਸ਼ੀ ਮਿਲਦੀ ਆ, ਅਧਿਆਤਮਿਕ ਤੌਰ ਤੇ ਤਰੱਕੀ ਹੁੰਦੀ ਆ, ਉੱਪਰ ਨੂੰ ਰੂਹ ਹੈ ਜਿਹੜੀ ਆਪਣੇ ਆਪ ਜਾਂਦੀ। ਤੁਸੀਂ ਕੁਛ ਵੀ ਨਾ ਕਰੋ, ਗੁਰੂ ਕਲਗੀਧਰ ਮਹਾਰਾਜ ਦੇ ਪ੍ਰੇਮ 'ਚ ਪੈ ਜਾਓ, ਬਸ ਉਹਦੀ ਮੁਹੱਬਤ 'ਚ ਪੈ ਜਾਓ। ਉਹਨਾਂ ਅੱਗੇ ਬੇਨਤੀ ਕਰੋ, ਜੋ ਮਰਜ਼ੀ ਮੰਗ ਲਓ ਦੇ ਦੇਣਗੇ। ਦੁਨੀਆ ਦਾ ਕੀ, ਰੂਹਾਨੀਅਤ ਦਾ ਜੋ ਮਰਜ਼ੀ, ਉਹਨਾਂ ਦੇ ਕੋਲ ਸਭ ਕੁਝ ਹੈ। ਐਸੇ ਦਸ਼ਮੇਸ਼ ਪਿਤਾ ਬਾਜਾਂ ਵਾਲੇ ਜੀ ਦਾ ਆਪ ਜੀ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਸਮੂਹ ਸਾਧ ਸੰਗਤ ਨੂੰ ਬਾਜਾਂ ਵਾਲੇ ਦਸ਼ਮੇਸ਼ ਪਿਤਾ ਕਲਗੀਧਰ ਸ਼ਸਤਰਨ ਕੇ ਪਿਆਰੇ ਸੋਹਣੇ ਮਾਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭਨਾਂ ਨੂੰ ਬੇਅੰਤ ਵਧਾਈਆਂ। ਸਮੂਹ ਸਾਧ ਸੰਗਤ ਦਾ ਧੰਨਵਾਦ। ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਹੋਏ, ਭੋਗ ਪਾਏ ਗਏ, ਗੁਰਮਤਿ ਸਮਾਗਮ ਹੋਏ, ਆਪ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਨੇ। ਸਭਨਾਂ ਦੀ ਹਾਜ਼ਰੀ ਗੁਰੂ ਸਾਹਿਬ ਪ੍ਰਵਾਨ ਕਰਨ, ਸਭਨਾਂ ਦੀ ਤਿਲ ਫੁੱਲ ਭੇਟਾ ਗੁਰੂ ਸਾਹਿਬ ਲੇਖੇ ਲਾਉਣ। ਪ੍ਰਬੰਧਕਾਂ ਦਾ ਸਤਿਕਾਰਯੋਗ ਬਾਪੂ ਜੀ, ਬਾਪੂ ਚਰਨ ਸਿੰਘ ਹੋਣੀ ਜੋ ਬੜਾ ਪਿਆਰ ਕਰਦੇ, ਸਿੰਘਾਂ ਨੂੰ ਨਵਾਜਦੇ ਆ, ਉਹਨਾਂ ਦਾ ਪ੍ਰਬੰਧਕਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਿੰਘ ਸਾਹਿਬ ਚਰਨਜੀਤ ਸਿੰਘ ਜੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ